Warm welcome to all my viewers on my YouTube channel. Today I'm making a session which is the second part of the ਸੈਸ਼ਨ ਦੀ ਨੇਮ ਆਫ ਦੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਭਾਗ ਦੂਜਾ ਯਾਨੀ ਕਿ ਗੁਰੂ ਨਾਨਕ ਦੇਵ ਜੀ ਐਂਡ ਹਿਸ ਟੀਚਿੰਗ ਪਾਰਟ ਸੈਕੰਡ ਕਲਾਸ 10ਵੀਂ ਦਾ ਜਿਹੜਾ ਸਮਾਜਿਕ ਸਿੱਖਿਆ ਦਾ ਅਸੀਂ ਇਤਿਹਾਸ ਭਾਗ ਕਰ ਰਹੇ ਸੀ ਉਹਦਾ ਤੀਜਾ ਚੈਪਟਰ ਜਿਹੜਾ ਵਾ ਉਹ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਖਤਮ ਕਰ ਲੈਣਾ ਵਾ ਅਤੇ ਮੈਂ ਇਹ ਜਿਹੜਾ ਸੈਸ਼ਨ ਆ ਇਹਦੇ ਵਿੱਚ ਕੀ ਆ ਤੁਹਾਨੂੰ ਕੁਐਸਚਨ ਆਨਸਰਸ ਨੂੰ ਕਿਸ ਤਰੀਕੇ ਨਾਲ ਸਮਝਾਉਣਾ ਵਾ ਯਾਨੀ ਕਿ ਮੈਂ ਉਹ ਸਮਝਣ ਦੇ ਉੱਤੇ ਪੂਰੀ ਗੱਲ ਕਰੂੰਗਾ ਟਰਾਈ ਕਰੂੰਗਾ ਵੀ ਤੁਹਾਨੂੰ ਉਹ ਕੁਐਸਚਨ ਵੀ ਐਕਸਪਲੇਨ ਕਰ ਸਕਾਂ ਇੱਕ ਸਿੰਪਲ ਜੀ ਲੈਂਗੁਏਜ ਦੇ ਵਿੱਚ ਅਤੇ ਈਜ਼ੀ ਵੇ ਦੇ ਨਾਲ ਤਾਂ ਜੋ ਕੀ ਆ ਤੁਸੀਂ ਉਸ ਚੀਜ਼ ਨੂੰ ਆਪਣੇ ਮੈਮਰੀ ਦੇ ਵਿੱਚ ਵੀ ਬਿਠਾ ਸਕੋ ਅਤੇ ਜਿੰਨਾ ਹੋ ਸਕੇ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਵਾ ਅਤੇ ਜਿਹੜੇ ਕੁਐਸਚਨ ਆਨਸਰ ਨੇ ਉਹਨੂੰ ਜ਼ਰੂਰ ਆਪਣੀ ਕਾਪੀ ਦੇ ਉੱਤੇ ਵੀ ਨੋਟ ਡਾਊਨ ਕਰ ਲੈਣਾ ਵਾ ਸਟਾਰਟ ਕਰਦੇ ਹਾਂ ਸੈਸ਼ਨ ਮੈਂ ਸੁਰਿੰਦਰ ਕੁਮਾਰ ਤੁਹਾਡਾ ਵੈਲਕਮ ਕਰੂੰਗਾ ਦੁਬਾਰਾ ਤੋਂ ਫਿਰ ਆਪਣੇ YouTube ਚੈਨਲ ਦੇ ਉੱਤੇ ਅਤੇ ਤੁਸੀਂ ਇਸੇ ਤਰੀਕੇ ਨਾਲ ਮੇਰੇ ਚੈਨਲ ਦੇ ਉੱਤੇ ਜੁੜੇ ਰਹਿਣਾ ਅਤੇ ਵੱਧ ਤੋਂ ਵੱਧ ਕਮੈਂਟ ਕਰਨੇ ਅਤੇ ਸ਼ੇਅਰ ਕਰਨੇ ਅਤੇ ਲਾਈਕ ਕਰਨੀ ਮੇਰੀ ਵੀਡੀਓ ਜੇਕਰ ਤੁਹਾਨੂੰ ਪਸੰਦ ਆਉਂਦੀ ਆ ਜੇਕਰ ਨਹੀਂ ਪਸੰਦ ਆਉਂਦੀ ਤਾਂ ਵੀ ਤੁਸੀਂ ਇਹਨੂੰ ਸ਼ੇਅਰ ਕਰੋ ਅਤੇ ਜੇਕਰ ਤੁਹਾਨੂੰ ਫਿਰ ਵੀ ਕਿਸੇ ਚੀਜ਼ ਦੀ ਪ੍ਰੋਬਲਮ ਆਉਂਦੀ ਆ ਤਾਂ ਉਹ ਮੇਰੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖ ਦਿਆ ਕਰੋ ਸਟਾਰਟ ਕਰਦੇ ਹਾਂ ਸੈਸ਼ਨ ਨੂੰ ਅਸੀਂ ਜਿਹੜੇ ਸੀਗੇ 5 ਕੁਐਸਚਨ ਆਨਸਰ ਸੀਗੇ ਉਹ ਅਸੀਂ ਫਸਟ ਪਾਰਟ ਦੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਅਤੇ ਜਿਹੜੇ ਬੱਚਿਆਂ ਨੇ ਉਹ ਮੇਰੀ ਫਸਟ ਪਾਰਟ ਨਹੀਂ ਦੇਖਿਆ ਹੈ ਤਾਂ ਉਹਦਾ ਲਿੰਕ ਵੀ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗਾ ਅਤੇ ਤੁਸੀਂ ਉੱਥੇ ਜਾ ਕੇ ਤੁਸੀਂ ਉਸ ਲਿੰਕ ਤੋਂ ਵੀ ਦੁਬਾਰਾ ਉਸ ਸਟੱਡੀ ਨੂੰ ਕਰ ਸਕਦੇ ਹੋ ਸਟਾਰਟ ਕਰਦੇ ਹਾਂ ਦੇਖੋ ਕੀ ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਤੀਜੀ ਉਦਾਸੀਆਂ ਸੀਗੀਆਂ ਉਹਦੇ ਮਹੱਤਵਪੂਰਨ ਸਥਾਨ ਦੇ ਬਾਰੇ ਦੱਸਣਾ ਵਾ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਭ ਨੂੰ ਪਤਾ ਵੀ 4 ਉਦਾਸੀਆਂ ਕੀਤੀਆਂ ਸੀ 4 ਦਿਸ਼ਾਵਾਂ ਦੇ ਵਿੱਚ ਕੀਤੀਆਂ ਸੀਗੀਆਂ ਉਹਦੇ ਵਿੱਚੋਂ ਜਿਹੜੀ ਇਹ ਤੀਜੀ ਉਦਾਸੀ ਆ ਉਹਨਾਂ ਨੇ ਇੱਕ ਤੀਸਰੀ ਦਿਸ਼ਾ ਦੇ ਵਿੱਚ ਕੀਤੀ ਸੀਗੀ ਦੇਖੋ ਇਸ ਦੇ ਵਿੱਚ ਕੀ ਦੱਸਦੇ ਆ ਵੀ ਜਿਹੜੇ ਇਹਨਾਂ ਨੇ ਤੀਜੀ ਉਦਾਸੀ ਆਰੰਭ ਕੀਤੀ ਸੀ ਉਹ ਪਾਕਪਟਨ ਤੋਂ ਕੀਤੀ ਸੀਗੀ ਇਹਦਾ ਅੰਤ ਜਿਹੜਾ ਹੋਇਆ ਸੀ ਉਹ ਸੱਯਦਪੁਰ ਦੇ ਵਿੱਚ ਹੋਇਆ ਸੀਗਾ ਇਸ ਦੌਰਾਨ ਉਹ ਕਿੱਥੇ ਕਿੱਥੇ ਗਏ ਦੇਖੋ ਮੁਲਤਾਨਪੁਰ ਮੱਕਾ ਮਦੀਨਾ ਬਗਦਾਦ ਈਰਾਨ ਕੰਧਾਰ ਕਾਬੁਲ ਪੇਸ਼ਾਵਰ ਹਸਨ ਅਬਦਲ ਅਤੇ ਗੁਜਰਾਤ ਦੇ ਵਿੱਚ ਇਹ ਸਥਾਨਾਂ ਦੇ ਉੱਤੇ ਗੁਰੂ ਨਾਨਕ ਦੇਵ ਜੀ ਗਏ ਅਤੇ ਉੱਥੇ ਜਾ ਕੇ ਉਹਨਾਂ ਨੇ ਆਪਣੇ ਉਦੇਸ਼ ਦਿੱਤੇ ਅਤੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ 7ਵਾਂ ਕੁਐਸਚਨ ਕੀ ਕਹਿੰਦਾ ਜੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਵਰਣਨ ਵੇਰਵਾ ਦਿਓ ਵੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਆਪਣਾ ਜੀਵਨ ਕਰਤਾਰਪੁਰ ਦੇ ਵਿੱਚ ਬਸਾਇਆ ਸੀ ਜਾਂ ਉਸ ਸਮੇਂ ਜਿਹੜਾ ਉਹ ਕਰਤਾਰਪੁਰ ਦੇ ਵਿੱਚ ਜੀਵਨ ਬਤੀਤ ਕੀਤਾ ਉਹਦੇ ਬਾਰੇ ਅਸੀਂ ਐਕਸਪਲੇਨੇਸ਼ਨ ਦੇਣੀ ਹੈ ਦੇਖੋ ਕੀ ਕਹਿੰਦੇ ਉੱਤਰ ਹੈ ਜਿਹੜਾ ਕਿ 1522 ਈਸਵੀ ਦੇ ਵਿੱਚ ਜਿਹੜੇ ਗੁਰੂ ਨਾਨਕ ਦੇਵ ਜੀ ਸੀ ਉਹ ਰਾਵੀ ਦੇ ਕੰਢੇ 'ਤੇ ਉਹਨਾਂ ਨੇ ਇੱਕ ਨਵਾਂ ਸ਼ਹਿਰ ਜਿਹਾ ਵਸਾਇਆ ਸੀ ਜਿਹਦਾ ਨਾਮ ਰੱਖਿਆ ਗਿਆ ਕਰਤਾਰਪੁਰ ਭਾਵ ਪਰਮਾਤਮਾ ਦਾ ਸ਼ਹਿਰ ਵੀ ਜਿਹਦੇ ਵਿੱਚ ਰੱਬ ਵੱਸਦਾ ਵਾ ਉਹ ਵਾਲਾ ਏਰੀਆ ਦੱਸਿਆ ਗਿਆ ਗੁਰੂ ਨਾਨਕ ਦੇਵ ਜੀ ਨੇ ਆਪਣੇ ਜਿਹੜੇ ਜੀਵਨ ਦੇ 18 ਸਾਲ ਸੀਗੇ ਉਹ ਪਰਿਵਾਰਕ ਮੈਂਬਰਾਂ ਦੇ ਨਾਲ ਉੱਥੇ ਹੀ ਬਤੀਤ ਕੀਤੇ ਅਤੇ ਉੱਥੇ ਦੇ ਲੋਕਾਂ ਨੂੰ ਕੀ ਆ ਚੰਗੇ ਰਾਹੇ ਪਾਇਆ ਉਸ ਸਮੇਂ ਦੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਕੰਮ ਸੀਗੇ ਉਹਨਾਂ ਬਾਰੇ ਦੱਸਿਆ ਜਾਂਦਾ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਉਹਨਾਂ ਨੇ ਆਪਣੇ ਸਾਰੇ ਉਦੇਸ਼ ਜਿਹੜੇ ਉਹ ਨਿਸ਼ਚਿਤ ਰੂਪ ਦੇ ਵਿੱਚ ਦਿੱਤੇ ਜਿਵੇਂ ਵਾਰਮਲਾ ਵਾਰ ਮਾਂਝਾ ਵਾਰ ਆਸਾਂ ਜਪਜੀ ਸਾਹਿਬ ਪੱਟੀ ਦੱਖਣੀ ਓਂਕਾਰ ਵਾਰਮਲਾ ਆਦਿ ਜਿਹੜੀਆਂ ਸੀਗੀਆਂ ਇਹਨਾਂ ਦੀਆਂ ਰਚਨਾਵਾਂ ਵੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਹੀ ਕੀਤੀਆਂ ਅਤੇ ਉੱਥੇ ਬੈਠ ਕੇ ਹੀ ਉਹਨਾਂ ਨੇ ਸੰਸਾਰ ਨੂੰ ਕਈ ਅਜਿਹੀਆਂ ਚੀਜ਼ਾਂ ਦਿੱਤੀਆਂ ਜਿਨ੍ਹਾਂ ਨੂੰ ਅੱਜ ਵੀ ਜਿਹੜਾ ਪੂਰਾ ਸੰਸਾਰ ਆ ਉਹ ਗੁਰੂ ਨਾਨਕ ਦੇਵ ਜੀ ਦਾ ਦੇਣ ਨੂੰ ਨਹੀਂ ਦੇ ਸਕਦਾ ਵਾ ਕਿਉਂਕਿ ਉਹਨਾਂ ਨੇ ਸਾਨੂੰ ਲੋਕਾਂ ਨੂੰ ਬਹੁਤ ਚੀਜ਼ਾਂ ਸਮਝਾਈਆਂ ਉਸ ਤੋਂ ਬਾਅਦ ਦੇਖੋ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੇ ਸੰਗਤ ਅਤੇ ਪੰਗਤ ਦੀ ਪ੍ਰਥਾ ਜਿਹੜੀ ਆ ਜਾਂ ਸੰਸਥਾ ਜਿਹੜਾ ਸੀ ਉਹਦਾ ਵਿਕਾਸ ਕੀਤਾ ਅਤੇ ਲੋਕਾਂ ਨੂੰ ਲੰਗਰ ਦੇ ਵਿੱਚ ਬਿਠਾ ਕੇ ਪੰਗਤ ਦੇ ਵਿੱਚ ਕਿਸ ਤਰੀਕੇ ਨਾਲ ਖਾਣਾ ਵਾ ਉਹ ਚੀਜ਼ਾਂ ਸਿਖਾਈਆਂ ਅਤੇ ਉੱਥੇ ਇਹ ਚੀਜ਼ ਦਾ ਡਿਸਕ੍ਰੀਮੀਨੇਸ਼ਨ ਜਿਹੜਾ ਹੋ ਰਿਹਾ ਸੀ ਕਾਸਟਨਿਜ਼ਮ ਦਾ ਉਹਨੂੰ ਖਤਮ ਕੀਤਾ ਉਹਦੇ ਕੁਝ ਸਮੇਂ ਬਾਅਦ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਅੰਤਿਮ ਸਮਾਂ ਨੇੜੇ ਆਉਂਦਾ ਵੇਖਿਆ ਤਾਂ ਭਾਈ ਲਹਿਣਾ ਜੀ ਜਿਹੜੇ ਸੀਗੇ ਉਹਨਾਂ ਨੇ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਆਪਣੀ ਗੁਰਗੱਦੀ ਜੀ ਦਾ ਭਾਈ ਲਹਿਣਾ ਜੀ ਨੂੰ ਜਿਹੜਾ ਕਿ ਅਸੀਂ ਦੂਸਰੇ ਗੁਰੂ ਸਾਹਿਬਾਨ ਦੇ ਨਾਮ ਨਾਲ ਵੀ ਜਾਣਦੇ ਹਾਂ ਜਿਨ੍ਹਾਂ ਨਾਮ ਕੀ ਸੀ ਗੁਰੂ ਅੰਗਦ ਦੇਵ ਜੀ ਦੇ ਨਾਲ ਪ੍ਰਸਿੱਧ ਹੋਏ ਇਹ ਗੁਰੂ ਨਾਨਕ ਦੇਵ ਜੀ ਦੇ ਬਹੁਤ ਜ਼ਿਆਦਾ ਕਰੀਬ ਰਹੇ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਇਹਨਾਂ ਨੇ ਕਈ ਰਚਨਾਵਾਂ ਅਤੇ ਹੋਰ ਵੀ ਚੀਜ਼ਾਂ ਦੇ ਵਿੱਚ ਕਈ ਤਰ੍ਹਾਂ ਦੀ ਹੈਲਪ ਕੀਤੀਆਂ ਅਤੇ ਤਾਂ ਕਰਕੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਵਿੱਚ ਇੱਕ ਅਜਿਹੀ ਜੋਤ ਦੇਖੀ ਜਿਹੜੇ ਕਿ ਕੋਈ ਹੋਰ ਨਹੀਂ ਦੇਖ ਸਕਿਆ ਅਤੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਦੂਸਰੇ ਗੁਰੂ ਜਿਹੜੇ ਸੀਗੇ ਸਿੱਖਾਂ ਦੇ ਉਹਨਾਂ ਨੂੰ ਸਥਾਪਿਤ ਕੀਤਾ ਅਤੇ ਆਪਣਾ ਜਿਹੜਾ ਜੀਵਨ ਸੀ ਉਹ ਤਿਆਗ ਦਿੱਤਾ ਨੈਕਸਟ ਹੈਗਾ ਵਾ ਸਾਡੇ ਕੋਲ ਹੇਠ ਲਿਖਿਆ ਪ੍ਰਸ਼ਨਾਂ ਦੇ ਵਿੱਚੋਂ 125 ਤੋਂ 130 ਸ਼ਬਦਾਂ ਦੇ ਵਿੱਚ ਲਿਖਣਾ ਵਾ ਦੇਖੋ ਕੀ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਨੇ ਕੋਈ 6 ਸਿੱਖਿਆਵਾਂ ਦੱਸਣੀਆਂ ਨੇ ਜਾਂ ਗੁਰੂ ਨਾਨਕ ਦੇਵ ਦੀਆਂ ਕੋਈ ਮੁੱਖ ਸਿੱਖਿਆਵਾਂ ਦਾ ਵਰਣਨ ਕਰੋ ਦੇਖੋ ਜੀ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਸੀਗੀਆਂ ਜਿਹੜੀਆਂ ਉਹਨਾਂ ਦੇ ਆਦਰਸ਼ਾਂ ਦੇ ਵਿੱਚ ਸੀਗੀਆਂ ਜਿੰਨਾ ਕੁ ਉਹਨਾਂ ਨੇ ਆਪਣਾ ਜੀਵਨ ਜੀਤਾ ਉਹਨਾਂ ਵਿੱਚ ਉਹਨਾਂ ਨੇ ਸਾਰੇ ਸਮੇਂ ਵਿੱਚ ਹੀ ਰੱਬ ਦਾ ਨਾਮ ਧਿਆਇਆ ਅਤੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਉਹਨਾਂ ਨੇ ਕਈ ਤਰ੍ਹਾਂ ਦੇ ਜਿਵੇਂ ਕਰਮ ਕਾਂਡ ਜਾਤ ਪਾਤ ਊਚ ਨੀਚ ਇਹੋ ਜਿਹੇ ਜਿਹੜੇ ਤੰਗ ਵਿਚਾਰਾਂ ਦੇ ਸੀਗੇ ਉਹਨਾਂ ਨੂੰ ਕੋਹਾਂ ਦੂਰ ਸੀਗੇ ਅਤੇ ਉਹ ਹਮੇਸ਼ਾ ਜਿਹੜਾ ਸਤਿਨਾਮ ਦੇ ਪ੍ਰੇਮ ਕਰਦੇ ਸੀ ਅਤੇ ਉਹ ਸਨੇਹ ਦਾ ਸੰਪਰਕ ਜਿਹੜਾ ਸੀਗਾ ਉਹ ਹਰੇਕ ਪ੍ਰਾਣੀ ਨੂੰ ਦਿੰਦੇ ਸੀਗੇ ਅਤੇ ਉਹਨਾਂ ਨੇ ਕਈ ਸਿੱਖਿਆਵਾਂ ਦਿੱਤੀਆਂ ਜਿਨ੍ਹਾਂ ਦੇ ਨਾਲ ਉਹਨਾਂ ਦੇ ਆਦਰਸ਼ ਅਤੇ ਉਹਨਾਂ ਦੇ ਜਿਹੜੀਆਂ ਸਿੱਖਿਆਵਾਂ ਨੇ ਉਹ ਦਰਸਾਈਆਂ ਜਾਂਦੀਆਂ ਨੇ ਜਿਹਨੂੰ ਅਸੀਂ ਹੇਠ ਲਿਖੇ ਵਰਣਨ ਕੀਤਾ ਗਿਆ ਦੇਖੋ ਪਹਿਲਾ ਕੀ ਸੀ
ਪਰਮਾਤਮਾ ਦੀ ਮਹਿਮਾ। ਅਸੀਂ ਸਭ ਕਹਿੰਦੇ ਹਾਂ ਵੀ ਜਿਹੜਾ ਵੀ ਕੰਮ ਹੁੰਦਾ ਵਾ ਉਹ ਰੱਬ ਕਰਦਾ ਵਾ, ਅਤੇ ਰੱਬ ਜਿਹੜਾ ਵੀ ਕਰਦਾ ਵਾ ਉਹ ਚੰਗੇ ਲਈ ਕਰਦਾ ਵਾ। ਤਾਂ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਬਾਰੇ ਕੁਛ ਕੁ ਵਿਚਾਰ ਲਿਖੇ, ਜਿਵੇਂ ਕਿ ਕੀ ਸੀਗਾ, ਪਰਮਾਤਮਾ ਵਿੱਚ ਵਿਸ਼ਵਾਸ। ਵੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਵੀ ਇਸ ਗੱਲ ਦਾ ਹਮੇਸ਼ਾ ਉਹਨਾਂ ਨੇ ਪ੍ਰਚਾਰ ਕੀਤਾ ਵੀ ਜਿਹੜਾ ਰੱਬ ਆ ਉਹ ਇੱਕ ਆ, ਅਤੇ ਸਾਨੂੰ ਕੀ ਆ, ਉਹਨਾਂ ਦੇ ਦਿੱਤੀਆਂ ਹੋਈਆਂ ਜਿੰਨੀਆਂ ਵੀ ਉਦੇਸ਼ ਨੇ ਸਾਨੂੰ ਉਹਨਾਂ ਨੂੰ ਸਵੀਕਾਰ ਕਰਨਾ ਚਾਹੀਦਾ, ਕਿਉਂਕਿ ਰੱਬ ਜਿਹੜਾ ਵੀ ਕਰਦਾ ਉਹ ਚੰਗੇ ਲਈ ਹੀ ਕਰਦਾ ਵਾ। ਉਹਨਾਂ ਅਨੁਸਾਰ ਸੰਸਾਰ ਦੇ ਵਿੱਚ ਕੋਈ ਦੇਵੀ ਦੇਵਤਾ ਪਰਮਾਤਮਾ ਦੀ ਥਾਂ ਨਹੀਂ ਲੈ ਸਕਦਾ, ਕਿਉਂਕਿ ਦੇਵੀ ਦੇਵਤਾ ਉਹ ਅਲੱਗ ਜਗ੍ਹਾ ਨੇ, ਪਰ ਜਿਹੜਾ ਰੱਬ ਆ ਉਹ ਇੱਕ ਤਰ੍ਹਾਂ ਦੇ ਸਾਡੇ ਪਿਤਾ ਸਮਾਨ ਨੇ, ਜਿਹੜੇ ਕਿ ਹਮੇਸ਼ਾ ਆਪਣੇ ਜਿਵੇਂ ਬੱਚਿਆਂ ਦਾ ਖਿਆਲ ਰੱਖਦੇ ਆ ਤਾਂ ਉਵੇਂ ਸਾਡਾ ਹੀ ਖਿਆਲ ਰੱਖਦੇ ਆ। ਤਾਂ ਸਾਨੂੰ ਕਦੇ ਵੀ ਅਸੀਂ ਰੱਬ ਤੋਂ ਕਦੇ ਵੀ ਦੂਰ ਨਹੀਂ ਹੋ ਸਕਦੇ। ਨੈਕਸਟ ਜਿਹੜਾ ਦਿੱਤਾ ਗਿਆ, ਪਰਮਾਤਮਾ ਨਿਰੰਕਾਰ ਅਤੇ ਅਮੂਰਤ ਹੈ। ਗੁਰੂ ਨਾਨਕ ਦੇਵ ਜੀ ਮੰਨਦੇ ਸੀਗੇ ਵੀ ਜਿਹੜੇ ਪਰਮਾਤਮਾ ਨੇ ਉਹ ਕੀ ਨੇ, ਨਿਰੰਕਾਰ ਦੱਸਿਆ, ਕਿਉਂਕਿ ਉਹਨਾਂ ਦਾ ਕੋਈ ਵੀ ਆਕਾਰ ਨਹੀਂ ਹੈਗਾ, ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੇ ਆ। ਉਹ ਅਮੂਰਤ ਨੇ, ਜਿਨ੍ਹਾਂ ਨੂੰ ਕਿਸੇ ਮੂਰਤੀ ਦੇ ਵਿੱਚ ਬਣਾ ਕੇ ਉਹਨਾਂ ਨੂੰ ਪੂਜਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਰੱਬ ਤਾਂ ਸੰਸਾਰ ਦੇ ਹਰ ਕਣ ਦੇ ਵਿੱਚ ਆ। ਸਾਨੂੰ ਹਰੇਕ ਕਣ ਦੇ ਵਿੱਚ ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਸਾਨੂੰ ਹਰੇਕ ਦੇ ਵਿੱਚੋਂ ਰੱਬ ਦਿਖ ਜਾਂਦਾ, ਚਾਹੇ ਉਹ ਬੰਦਾ ਹੋਵੇ, ਚਾਹੇ ਉਹ ਪੱਥਰ ਹੀ ਕਿਉਂ ਨਾ ਹੋਵੇ, ਚਾਹੇ ਕੋਈ ਵੀ ਚੀਜ਼ ਹੋਵੇ, ਹਰੇਕ ਦੇ ਵਿੱਚ ਰੱਬ ਵਸਦਾ ਵਾ। ਤਾਂ ਸਾਨੂੰ ਹਰੇਕ ਨੂੰ ਰੱਬ ਨੂੰ ਲੱਭਣ ਦੀ ਲੋੜ ਨਹੀਂ, ਰੱਬ ਸਾਡੇ ਅੰਦਰ ਹੀ ਆ, ਸਾਨੂੰ ਉਹਨੂੰ ਧਿਆਉਣ ਦੀ ਲੋੜ ਆ। ਇਹ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਸੀਗੇ। ਤੀਜਾ ਹੈ ਪਰਮਾਤਮਾ ਸਰਵ ਵਿਆਪੀ ਅਤੇ ਸਰਵ ਸ਼ਕਤੀਮਾਨ। ਉਹ ਕਹਿੰਦੇ ਸੀ ਵੀ ਜਿਹੜਾ ਰੱਬ ਆ ਉਹ ਸਭ ਕੁਝ ਜਾਣੀ ਜਾਣਾ, ਸਾਨੂੰ ਕੁਝ ਦੱਸਣ ਦੀ ਲੋੜ ਨਹੀਂ, ਸਾਨੂੰ ਕੁਝ ਕਹਿਣ ਦੀ ਲੋੜ ਨਹੀਂ, ਰੱਬ ਸਾਨੂੰ ਜਾਣਦਾ ਵਾ। ਰੱਬ ਹਰੇਕ ਕਣ ਦੇ ਵਿੱਚ ਆ। ਉਹ ਕਹਿੰਦੇ ਸੰਸਾਰ ਦੇ ਹਰ ਕਣ ਦੇ ਵਿੱਚ ਜਿਹੜਾ ਰੱਬ ਆ ਉਹ ਹੈਗਾ ਵਾ, ਅਤੇ ਸਾਰੇ ਸੰਸਾਰ ਦੀਆਂ ਜਿਹੜੀ ਚਲਾਉਣ ਦੀ ਸ਼ਕਤੀ ਆ ਉਹ ਸਿਰਫ ਰੱਬ ਦੇ ਅੰਦਰ ਆ। ਕੋਈ ਵੀ ਬੰਦਾ ਇੱਕ ਦੂਸਰੇ ਨੂੰ ਲੀਡ ਨਹੀਂ ਕਰਦਾ। ਉਹਨੂੰ ਲੀਡ ਕਰਨ ਵਾਲਾ ਜਾਂ ਉਹਨੂੰ ਗਾਈਡ ਕਰਨ ਵਾਲਾ ਕੌਣ ਆ? ਇੱਕ ਗਾਈਡਰ, ਜਿਹਨੂੰ ਅਸੀਂ ਰੱਬ ਕਹਿੰਦੇ ਹਾਂ। ਤਾਂ ਰੱਬ ਹੀ ਸਾਨੂੰ ਗਾਈਡ ਕਰਦਾ, ਸਾਡੇ ਚੰਗੇ ਬੁਰੇ ਕੰਮਾਂ ਦੇ ਵਿੱਚ ਉਹ ਸਾਡੇ ਨਾਲ ਹੁੰਦਾ ਵਾ, ਅਤੇ ਸਾਨੂੰ ਹਮੇਸ਼ਾ ਸਿੱਧੇ ਰਾਹੇ ਪਾਉਣ ਦੀ ਕੋਸ਼ਿਸ਼ ਕਰਦਾ ਵਾ। ਨੈਕਸਟ ਦੱਸਿਆ ਜੀ, ਉਹਨਾਂ ਨੇ ਕਿਹਾ, ਕਹਿੰਦੇ ਜੀ ਪਰਮਾਤਮਾ ਦਿਆਲੂ ਹੈ। ਗੁਰੂ ਨਾਨਕ ਦੇਵ ਜੀ ਦਾ ਮੰਨਣਾ ਸੀ ਵੀ ਜਿਹੜੇ ਪਰਮਾਤਮਾ ਨੇ ਉਹ ਦਿਆਲੂ ਨੇ, ਉਹ ਜ਼ਰੂਰਤ ਪੈਣ 'ਤੇ ਆਪਣੇ ਭਗਤਾਂ ਦੀ ਹਮੇਸ਼ਾ ਮਦਦ ਕਰਦੇ ਨੇ, ਅਤੇ ਉਹ ਹਮੇਸ਼ਾ ਪਰਮਾਤਮਾ ਕਦੇ ਵੀ ਬੰਦੇ ਨੂੰ ਛੱਡ ਕੇ ਨਹੀਂ ਜਾਂਦਾ ਹੈਗਾ, ਅਤੇ ਉਹ ਹਮੇਸ਼ਾ ਉਹਦੇ ਆਪ ਹੀ ਕੰਮ ਕਰਾਉਂਦੇ ਨੇ, ਕਿਉਂਕਿ ਜਿਹੜਾ ਵੀ ਕੰਮ ਕਰਦਾ ਵਾ ਇਨਸਾਨ, ਉਹ ਸਾਰਾ ਕੰਮ ਕਰਾਉਣ ਵਾਲਾ ਕੌਣ ਆ? ਉਹ ਰੱਬ ਆ। ਤਾਂ ਅਸੀਂ ਕੁਛ ਵੀ ਨਹੀਂ ਕਰਦੇ ਹੈਗੇ, ਅਸੀਂ ਸਿਰਫ ਇੱਕ ਬਣਾਈਆਂ ਹੋਈਆਂ ਕਠਪੁਤਲੀਆਂ ਵਾ ਜਿਹੜੇ ਪਰਮਾਤਮਾ ਦੀ, ਜਿਹੜੇ ਸਾਨੂੰ ਜਿੰਨਾ ਟਾਈਮ ਦਿੱਤਾ ਵਾ ਅਸੀਂ ਉਹ ਟਾਈਮ ਇੱਥੇ ਬਿਤਾ ਕੇ ਚਲੇ ਜਾਣਾ। ਅਤੇ ਪਰ ਸਾਡੇ ਜਿਹੜੀਆਂ ਕੁਛ ਕੁ ਗੱਲਾਂ ਹੁੰਦੀਆਂ ਨੇ, ਜਾਂ ਕੁਛ ਕੁ ਸਾਡੀਆਂ ਜਿਹੜੀਆਂ ਅੱਛੀਆਂ ਗੱਲਾਂ ਹੁੰਦੀਆਂ ਨੇ, ਉਹ ਹਰੇਕ ਕੋਈ ਯਾਦ ਰੱਖਦਾ, ਮਾੜੇ ਬੰਦੇ ਨੂੰ ਕੋਈ ਵੀ ਨਹੀਂ ਯਾਦ ਰੱਖਦਾ। ਤਾਂ ਗੁਰੂ ਨਾਨਕ ਦੇਵ ਜੀ ਇਹੀ ਕਹਿਣਾ ਚਾਹੁੰਦੇ ਸੀ, ਹਮੇਸ਼ਾ ਚੰਗੇ ਕਰਮ ਕਰੋ। ਨੈਕਸਟ ਹੈਗਾ ਵਾ ਸਤਨਾਮ ਦੇ ਜਾਪ 'ਤੇ ਜ਼ੋਰ। ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾ ਸਤਨਾਮ, ਜਾਣੀ ਕਿ ਵਾਹਿਗੁਰੂ ਦਾ ਨਾਮ ਜਪਣ ਦੇ ਉੱਤੇ ਜ਼ੋਰ ਦਿੰਦੇ ਸੀ। ਉਹ ਕਹਿੰਦੇ ਸੀ ਵੀ ਜਿਹੜਾ ਇਸ ਸੰਸਾਰ ਦੇ ਵਿੱਚ ਮੈਲ ਉਤਾਰਨ ਦੇ ਲਈ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ, ਦਿਲ ਦੀ ਮੈਲ ਉਤਾਰਨ ਦੇ ਲਈ ਸਾਨੂੰ ਕੀ ਆ, ਸਤਨਾਮ ਦਾ ਜਾਪ ਕਰਨਾ ਚਾਹੀਦਾ, ਜਾਣੀ ਕਿ ਰੱਬ ਦਾ ਜਾਪ ਕਰਨਾ ਚਾਹੁੰਦਾ ਵੀ ਤਨ ਸਾਫ਼ ਬਣਾਤੇ ਹੋ ਮਨ ਸਾਫ਼ ਬਣਾਇਆ ਕਰੋ। ਇਹਦੇ ਵਿੱਚ ਕੀ ਆ ਵੀ ਹਮੇਸ਼ਾ ਅਸੀਂ ਆਪਣੇ ਤਨ ਨੂੰ ਸਾਫ਼ ਕਰਨ ਬਾਰੇ ਸੋਚਦੇ ਹਾਂ, ਹਮੇਸ਼ਾ ਅਸੀਂ ਬਾਹਰਲੀ ਸੁੰਦਰਤਾ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਕਦੀ ਆਪਣੀ ਅੰਦਰਲੀ ਜਿਹੜੀ ਸੁੰਦਰਤਾ ਵਾ ਉਹਨੂੰ ਕਦੀ ਨਹੀਂ ਨਿਖਾਰਿਆ। ਤਾਂ ਗੁਰੂ ਨਾਨਕ ਦੇਵ ਜੀ ਇਸ ਚੀਜ਼ ਦੇ ਉੱਤੇ ਜ਼ਿਆਦਾ ਜ਼ੋਰ ਦਿੰਦੇ ਸੀਗੇ। ਨੈਕਸਟ ਹੈਗਾ ਵਾ ਗੁਰੂਆਂ ਦਾ ਮਹੱਤਵ। ਵੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਜਿਹੜਾ ਗੁਰੂ ਆ ਉਹ ਸੰਸਾਰ ਦੇ ਵਿੱਚ ਸਭ ਤੋਂ ਮਹਾਨ ਨੇ, ਵੀ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੇਕਰ ਤੁਸੀਂ ਕੋਈ ਗੁਰੂ ਨਹੀਂ ਚਾਰਿਆ। ਉਹ ਕਹਿੰਦੇ ਹੁੰਦੇ ਸੀ ਗੁਰੂ ਰੂਪੀ ਜਹਾਜ਼ ਜਿਹੜਾ ਕਿ ਸਵਾਰ ਹੋ ਕੇ ਸੰਸਾਰ ਦੇ ਰੂਪੀ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਵਾ। ਸੋ ਜਿਹੜਾ ਮਨੁੱਖ ਆ ਉਹ ਬੜਾ ਭਾਗਿਆਸ਼ਾਲੀ ਆ ਜਿਹਨੂੰ ਇੱਕ ਸੱਚਾ ਗੁਰੂ ਮਿਲ ਜਾਵੇ। ਤਾਂ ਸਾਨੂੰ ਕੀ ਆ, ਜ਼ਿਆਦਾਤਰ ਸਾਨੂੰ ਕੀ ਆ, ਇਹਨਾਂ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਚਾਹੀਦਾ। ਜਿਹੜਾ ਸਾਡਾ ਇੱਕ ਗੁਰੂ ਆ ਜਿਹਨੂੰ ਤੁਸੀਂ ਧਾਰ ਲਿਆ, ਉਸ ਗੁਰੂ ਨੂੰ ਹੀ ਮੰਨੋ, ਅਤੇ ਹਮੇਸ਼ਾ ਉਹਨਾਂ ਦੀਆਂ ਗੱਲਾਂ ਨੂੰ ਪਛਾਣੋ, ਅਤੇ ਹਮੇਸ਼ਾ ਇੱਕ ਸੱਚੇ ਰਾਹ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੋ। ਜਿਹੜਾ ਗੁਰੂ ਹੁੰਦਾ ਵਾ, ਚਾਹੇ ਉਹ ਟੀਚਰ ਆ, ਚਾਹੇ ਉਹ ਕੋਈ ਵੀ ਆ, ਉਹ ਹਰੇਕ ਕੋਈ ਸਾਡੇ ਗੁਰੂ ਨੇ। ਸਾਨੂੰ ਆਪਣੇ ਗੁਰੂਆਂ ਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ ਨੇ, ਅਤੇ ਇੱਕ ਆਪਣੀ ਲਾਈਫ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਜਿਹੜੇ ਗੁਰੂ ਨੇ ਉਹਨਾਂ ਨੇ ਹੀ ਸਾਨੂੰ ਇੱਕ ਜ਼ਿੰਦਗੀ ਦੇ ਵਿੱਚ ਇੱਕ ਸਹੀ ਰਸਤਾ ਦੇਣਾ ਵਾ। ਤਾਂ ਸਾਨੂੰ ਸਹੀ ਰਸਤੇ ਦੇ ਉੱਤੇ ਚੱਲਣ ਦਾ ਵੀ ਸਿਧਾਂਤ ਜਿਹੜਾ ਵਾ ਉਹਨਾਂ ਨੇ ਹੀ ਦੇਣਾ ਵਾ। ਨੈਕਸਟ ਸਾਡੇ ਕੋਲ ਕੀ ਆ, ਕਰਮ ਦੇ ਸਿਧਾਂਤ ਵਿੱਚ ਵਿਸ਼ਵਾਸ। ਗੁਰੂ ਨਾਨਕ ਦੇਵ ਜੀ ਹਮੇਸ਼ਾ ਇੱਕ ਚੀਜ਼ ਦੇ ਉੱਤੇ ਜ਼ੋਰ ਦਿੰਦੇ ਸੀਗੇ ਵੀ ਸਾਨੂੰ ਕੀ ਆ, ਹਮੇਸ਼ਾ ਕਰਮ ਕਰਨੇ ਚਾਹੀਦੇ ਆ, ਹਮੇਸ਼ਾ ਹੱਕ ਹਲਾਲ ਦੀ ਕਮਾਈ ਖਾਣੀ ਚਾਹੀਦੀ ਆ, ਮਿਹਨਤ ਕਰਨਾ ਚਾਹੀਦਾ। ਉਹ ਕਹਿੰਦੇ ਸੀ ਵੀ ਜਿਹੜਾ ਮਨੁੱਖ ਆ ਉਹ ਆਪਣੇ ਕਰਮਾਂ ਦੇ ਅਨੁਸਾਰ ਬਾਰ-ਬਾਰ ਜਨਮ ਲੈਂਦਾ ਰਹਿੰਦਾ ਅਤੇ ਮੁਕਤੀ ਪ੍ਰਾਪਤ ਕਰਦਾ ਰਹਿੰਦਾ। ਜਿਹੜੇ ਬੁਰੇ ਕਰਮਾਂ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਉਹਨਾਂ ਕਰਮ ਦਾ ਜਿਹੜਾ ਫਲ ਭੁਗਤਣਾ ਪੈਂਦਾ, ਉਹ ਬਾਰ-ਬਾਰ ਜਨਮ ਲੈਣਾ ਪੈਂਦਾ ਵਾ। ਇਸ ਦੇ ਉਲਟੇ ਜਿਹੜਾ ਵਧੀਆ ਕੰਮ ਕਰਦਾ ਵਾ ਉਹ ਜਨਮ ਮਰਨ ਦੇ ਚੱਕਰਾਂ ਤੋਂ ਛੁੱਟ ਜਾਂਦਾ, ਅਤੇ ਉਹਨੂੰ ਜਿਹੜੀ ਮੁਕਤੀ ਆ ਉਹ ਪ੍ਰਾਪਤ ਹੋ ਜਾਂਦੀ ਆ, ਤਾਂ ਉਹ ਇੱਕ ਸਿੱਧਾ ਇਨਸਾਨ ਬਣ ਜਾਂਦਾ ਵਾ। ਤਾਂ ਸਾਨੂੰ ਹਮੇਸ਼ਾ ਕਰਮਾਂ ਵੱਲ ਧਿਆਨ ਦੇਣਾ ਚਾਹੀਦਾ ਵਾ। ਗੁਰੂ ਨਾਨਕ ਦੇਵ ਜੀ ਵੀ ਕਰਮਾਂ ਵੱਲ ਬਹੁਤ ਜ਼ਿਆਦਾ ਧਿਆਨ ਦਿੰਦੇ ਸੀ, ਤਾਂ ਹੀ ਉਹ ਇੰਨੇ ਮਹਾਨ ਇਨਸਾਨ ਬਣ ਸਕੇ। ਤਾਂ ਸਾਨੂੰ ਉਹਨਾਂ ਦੇ ਜੀਵਨ ਤੋਂ ਥੋੜ੍ਹੀ ਜਿਹੀ ਸੇਧ ਲੈਣ ਦੀ ਲੋੜ ਆ, ਅਤੇ ਅਸੀਂ ਵੀ ਉਹਨਾਂ ਜਿਹੇ ਜਿਹੇ ਜਾਂ ਉਹਨਾਂ ਤੋਂ ਸੇਧ ਲੈ ਕੇ ਅਸੀਂ ਵੀ ਦੂਸਰਿਆਂ ਨੂੰ ਗਾਈਡ ਕਰ ਸਕਦੇ ਹਾਂ। ਤਾਂ ਸਾਨੂੰ ਵੀ ਇਸ ਤਰੀਕੇ ਦੇ ਕੰਮ ਕਰਨੇ ਚਾਹੀਦੇ ਆ। ਨੈਕਸਟ ਹੈਗਾ ਵਾ ਸਾਡਾ ਆਦਰਸ਼
ਵਿਸਥਾਰ ਜੀਵਨ ਦੇ ਉੱਤੇ ਜ਼ੋਰ, ਹਮੇਸ਼ਾ ਆਦਰਸ਼ਾਂ ਦੇ ਉੱਤੇ ਚੱਲਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਇਹ ਕਹਿੰਦੇ ਸੀ ਵੀ ਸਾਨੂੰ ਕੀ ਆ, ਆਦਰਸ਼ ਗ੍ਰਸਥ ਜੀਵਨ ਨੂੰ ਉੱਤੇ ਜ਼ੋਰ ਦੇਣਾ ਚਾਹੀਦਾ ਵੀ ਸਾਨੂੰ ਇਹ ਨਹੀਂ ਹੈਗਾ ਵੀ ਆਪਣੇ ਆਪ ਨੂੰ ਇਸ ਦੁਨੀਆਦਾਰੀ ਤੋਂ ਬਾਹਰ ਚਲੇ ਜਾਓ। ਕਹਿੰਦੇ ਇਹ ਗੱਲ ਨਹੀਂ ਕਹਿੰਦੇ ਸੀ। ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਵੀ ਮੋਹ ਮਾਇਆ ਦਾ ਜਿਹੜਾ ਜਾਲ ਆ ਉਹ ਹਮੇਸ਼ਾ ਸਾਡੇ ਉੱਤੇ ਪਿਆ ਰਹਿੰਦਾ ਵਾ, ਸਾਨੂੰ ਉਦੋਂ ਤੱਕ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ ਜਦੋਂ ਤੱਕ ਅਸੀਂ ਆਪ ਨਹੀਂ ਚਾਹੁੰਦੇ। ਦੇਖੋ ਉਹਨਾਂ ਨੇ ਇੱਕ ਸ਼ਬਦ ਦੇ ਵਿੱਚ ਵੀ ਕਿਹਾ ਵਾ, ਅੰਜਨ ਮਾਹੀ ਨਿਰੰਜਨ ਰਹਿਓ ਭਾਵ। ਸੰਸਾਰ ਦੇ ਵਿੱਚ ਰਹਿ ਕੇ ਮਨੁੱਖ ਨੂੰ ਅਲੱਗ-ਅਲੱਗ ਅਤੇ ਪਵਿੱਤਰ ਜੀਵਨ ਦੇ ਬਤੀਤ ਕਰਨਾ ਚਾਹੀਦਾ ਵਾ ਵੀ ਹਮੇਸ਼ਾ ਸੰਸਾਰ ਦੇ ਵਿੱਚ ਜਿਹੜੇ ਨੇ ਕਈ ਚੀਜ਼ਾਂ ਹੁੰਦੀਆਂ ਨੇ, ਸਾਨੂੰ ਹਮੇਸ਼ਾ ਆਪਣਾ ਜੀਵਨ ਜਿਹੜਾ ਵਾ ਅੱਛਾਈ ਦੇ ਵਿੱਚ ਪ੍ਰਤੀਤ ਕਰਨਾ ਚਾਹੀਦਾ, ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਅਤੇ ਹਮੇਸ਼ਾ ਲੋਕਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਵਾ। ਨੈਕਸਟ ਹੈਗਾ ਵਾ ਮਨੁੱਖ ਮਾਤਰ ਪ੍ਰੇਮ ਵਿੱਚ ਵਿਸ਼ਵਾਸ, ਵੀ ਜਿਹੜੇ ਗੁਰੂ ਨਾਨਕ ਦੇਵ ਜੀ ਸੀ ਉਹ ਕਹਿੰਦੇ ਸੀ ਰੰਗ ਰੂਪ ਜਾਂ ਭੇਦ ਭਾਵ ਦੇ ਉੱਤੇ ਸਾਨੂੰ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ। ਹਮੇਸ਼ਾ ਰੱਬ ਜਿਹੜਾ ਵੀ ਬਣਾਉਂਦਾ ਵਾ ਉਹ ਸਭ ਨੂੰ ਇੱਕੋ ਇਨਸਾਨ ਨੇ, ਚਾਹੇ ਉਹਨਾਂ ਦਾ ਰੰਗ ਕਾਲਾ ਵਾ ਚਾਹੇ ਗੋਰਾ ਵਾ, ਉਹ ਸਾਰੇ ਸਾਡੇ ਭਾਈ ਭੈਣ ਨੇ। ਸਾਨੂੰ ਹਮੇਸ਼ਾ ਇੱਕ ਦੂਸਰੇ ਨਾਲ ਵਧੀਆ ਤਰੀਕੇ ਨਾਲ ਰਹਿਣਾ ਚਾਹੀਦਾ, ਕਿਉਂਕਿ ਅਸੀਂ ਸਾਰੇ ਇੱਕੋ ਸੰਤਾਂ ਜਾਂ ਇੱਕ ਹੀ ਪਰਮਾਤਮਾ ਦੀਆਂ ਸੰਤਾਨਾਂ ਵਾ। ਸਾਡਾ ਖੂਨ ਇੱਕ ਆ, ਸਾਡੇ ਸਾਰੇ ਬੋਡੀ ਦੇ ਜਿਹੜਾ ਪਾਰਟਸ ਨੇ ਉਹ ਸਾਰਿਆਂ ਦੇ ਸੇਮ ਨੇ। ਚਾਹੇ ਸ਼ਕਲ ਗੋਰੀ ਚਿੱਟੀ ਹੋਵੇ ਉਹਦਾ ਮੈਟਰ ਨਹੀਂ ਕਰਦਾ, ਮੈਟਰ ਕੀ ਕਰਦਾ ਵਾ ਬੰਦੇ ਦੇ ਇਨਸਾਨ ਦੇ ਗੁਣ। ਅਤੇ ਹਮੇਸ਼ਾ ਸਾਨੂੰ ਇੱਕ ਦੂਸਰੇ ਦੇ ਨਾਲ ਕੀ ਆ ਵਿਸ਼ਵਾਸ ਰੱਖਣਾ ਚਾਹੀਦਾ ਅਤੇ ਇੱਕ ਦੂਸਰੇ ਨਾਲ ਭਾਈਚਾਰੇ ਦੇ ਨਾਲ ਰਹਿਣਾ ਚਾਹੀਦਾ ਵਾ। ਨੈਕਸਟ ਹੈਗਾ ਵਾ ਜਾਤ ਪਾਤ ਦਾ ਖੰਡਨ। ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹ ਜਦੋਂ ਉਹਨਾਂ ਦਾ ਜਨਮ ਹੋਇਆ, ਸਭ ਨੂੰ ਪਤਾ ਵੀ ਉਸ ਸਮੇਂ ਕੀ ਸੀਗਾ, ਜਾਤ ਪਾਤ ਬਹੁਤ ਜ਼ਿਆਦਾ ਸੀਗੇ। ਉਹਨਾਂ ਨੇ ਭਾਵੇਂ ਉਹ ਕੀ ਸੀਗੇ ਹਿੰਦੂ ਸੀ, ਪਰ ਉਹਨਾਂ ਨੇ ਕਦੀ ਵੀ ਇਹ ਨਹੀਂ ਕਿਹਾ ਵੀ ਹਿੰਦੂ ਅਤੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਉਹਨਾਂ ਨੇ ਜਦੋਂ ਗਿਆਨ ਪ੍ਰਾਪਤ ਹੋਇਆ ਉਹਨਾਂ ਨੇ ਇਹ ਨਾਅਰਾ ਲਾਇਆ। ਇਹ ਚੀਜ਼ ਕੀ ਸ਼ੋਅ ਕਰਦੀ ਸੀ ਵੀ ਹਰੇਕ ਵਰਗ ਦੇ ਜਿੰਨੇ ਵੀ ਲੋਕ ਨੇ ਉਹ ਸਾਰੇ ਸਮਾਨ ਨੇ, ਚਾਹੇ ਉਹ ਹਿੰਦੂ ਹੋਇਆ ਚਾਹੇ ਮੁਸਲਮਾਨ ਹੋਇਆ ਚਾਹੇ ਸਿੱਖ ਹੋਇਆ ਚਾਹੇ ਈਸਾਈ ਹੋਇਆ, ਉਹ ਸਾਰੇ ਕੀ ਨੇ ਇੱਕੋ ਤਰ੍ਹਾਂ ਦੇ ਬੰਦੇ ਨੇ, ਉਹ ਰੱਬ ਦੁਆਰਾ ਬਣਾਏ ਗਏ ਬੰਦੇ ਨੇ। ਬਸ ਉਹ ਸਾਡੇ ਜਨਮ ਧਰਮ ਜਾਂ ਜਿਹੜੇ ਸਾਡੇ ਆਪਣੀਆਂ ਕਾਸਟਾਂ ਬਣਾਈਆਂ ਉਹਦੇ ਨਾਲ ਡਿਫਰੈਂਟ ਹੋ ਸਕਦੇ ਹਾਂ, ਪਰ ਅਸੀਂ ਸਾਰੇ ਜਣੇ ਕੀ ਆ ਇੱਕੋ ਹੀ ਇਨਸਾਨ ਜਾਂ ਇੱਕ ਹੀ ਰੱਬ ਦੇ ਕੀ ਆ ਬੱਚੇ ਆ। ਨੈਕਸਟ ਹੈਗਾ ਵਾ ਸਮਾਜ ਸੇਵਾ। ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹਨਾਂ ਅਨੁਸਾਰ ਜਿਹੜੇ ਲੋਕ ਸੀਗੇ ਉਹ ਪਰਮਾਤਮਾ ਦੇ ਪ੍ਰਾਣੀ ਨੇ ਅਤੇ ਉਹਨਾਂ ਨਾਲ ਪਿਆਰ ਨਹੀਂ ਕਰਦੇ ਤਾਂ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਦੇ ਵੀ। ਸਾਨੂੰ ਹਮੇਸ਼ਾ ਇੱਕ ਦੂਸਰੇ ਦੇ ਲਈ ਨਜ਼ਰਬੰਦ ਰਹਿਣਾ ਚਾਹੀਦਾ, ਇੱਕ ਦੂਸਰੇ ਨਾਲ ਪ੍ਰੇਮ ਭਾਇਆ ਅਤੇ ਦਇਆ ਦੀ ਭਾਵਨਾ ਰੱਖਣੀ ਚਾਹੀਦੀ ਹੈ। ਸਮਾਜ ਦੀ ਸੇਵਾ ਦਾ ਉਦੇਸ਼ ਕਰਨਾ ਚਾਹੀਦਾ ਵਾ। ਮਾਨਵ ਦੇ ਪ੍ਰਤੀ ਪ੍ਰੇਮ ਪਰਮਾਤਮਾ ਦੇ ਪ੍ਰਤੀ ਪ੍ਰੇਮ ਦਾ ਪ੍ਰਤੀਕ ਹੁੰਦਾ ਹੈ। ਉਹਨਾਂ ਦੇ ਅਨੁਸਾਰ ਇਹੀ ਸੀਗਾ ਵੀ ਜੇਕਰ ਤੁਸੀਂ ਇੱਕ ਦੂਸਰੇ ਇਨਸਾਨ ਦੀ ਹੈਲਪ ਕਰਦੇ ਹੋ ਜਾਂ ਇੱਕ ਦੂਸਰੇ ਇਨਸਾਨ ਨੂੰ ਵਧੀਆ ਢੰਗ ਨਾਲ ਬਿਲੀਵ ਕਰਦੇ ਹੋ ਤਾਂ ਉਹਦੇ ਨਾਲ ਕੀ ਆ ਤੁਸੀਂ ਵੀ ਰੱਬ ਨੂੰ ਪਾ ਸਕਦੇ ਹੋ। ਨੌਵਾਂ ਪਾਠ ਹੈ ਇਹਦੇ ਵਿੱਚ ਮੂਰਤੀ ਪੂਜਾ ਦਾ ਖੰਡਨ। ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹਨਾਂ ਨੇ ਮੂਰਤੀ ਪੂਜਾ ਦਾ ਪੂਰਾ ਜ਼ਿਆਦਾ ਖੰਡਨ ਕੀਤਾ। ਉਹਨਾਂ ਨੇ ਕਿਹਾ ਵੀ ਜਿਹੜਾ ਪਰਮਾਤਮਾ ਵਾ ਉਹ ਮੂਰਤੀਆਂ ਦੇ ਵਿੱਚ ਨਹੀਂ ਰਹਿ ਸਕਦਾ, ਕਿਉਂਕਿ ਅਸੀਂ ਜਿਹੜਾ ਰੱਬ ਆ ਇਹ ਰੱਬ ਦਾ ਇੱਕ ਤਰ੍ਹਾਂ ਦਾ ਅਪਮਾਨ ਹੈ, ਕਿਉਂਕਿ ਰੱਬ ਜਿਹੜਾ ਵਾ ਮੂਰਤ ਆ, ਨਿਰੰਕਾਰ ਆ, ਉਹ ਹਰੇਕ ਜਰਰੇ ਵਿੱਚ ਹੋ ਸਕਦਾ। ਤਾਂ ਸਾਨੂੰ ਸਿਰਫ ਨਾਮ ਜਪਣਾ ਚਾਹੀਦਾ ਅਤੇ ਉਹਦੀ ਮੌਜੂਦਗੀ ਨੂੰ ਮਹਿਸੂਸ ਕਰਨਾ ਚਾਹੀਦਾ ਵਾ। ਸਾਨੂੰ ਇਹ ਨਹੀਂ ਵੀ ਰੱਬ ਨੂੰ ਮੰਦਿਰਾਂ ਦੇ ਵਿੱਚ ਰੱਖ ਲਓ ਅਤੇ ਮੰਦਿਰਾਂ ਦੇ ਵਿੱਚ ਹੀ ਉਹਨਾਂ ਨੂੰ ਪੂਜੀ ਜਾਓ। ਕਹਿੰਦਾ ਉਹ ਚੀਜ਼ਾਂ ਦੀ ਸਾਨੂੰ ਜ਼ਰੂਰਤ ਨਹੀਂ ਹੁੰਦੀ। ਨੈਕਸਟ ਹੈਗਾ ਵਾ 10ਵਾਂ ਕੀ ਕਹਿੰਦੇ ਨੇ ਵੀ ਯੱਗ ਬਲੀ ਅਤੇ ਫਜ਼ੂਲ ਕਰਮਕਾਂਡਾਂ ਦੇ ਵਿੱਚ ਅਵਿਸ਼ਵਾਸ। ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਵੀ ਜਿਹੜੇ ਸਾਡੇ ਫਜ਼ੂਲ ਦੇ ਕਰਮਕਾਂਡ ਨੇ ਇਹਨਾਂ ਦਾ ਸਖਤ ਖੰਡਨ ਕੀਤਾ ਸੀ ਉਹਨਾਂ ਨੇ ਕਿਹਾ ਵੀ ਜੇਕਰ ਤੁਸੀਂ ਰੱਬ ਦੀ ਪ੍ਰਾਪਤੀ ਕਰਨੀ ਆ ਤਾਂ ਯੁੱਗਾਂ ਜਾਂ ਜੰਗਾਂ ਜਾਂ ਜਿਹੜੀਆਂ ਸਾਡੀਆਂ ਬਲੀਆਂ ਹੁੰਦੀਆਂ ਨੇ ਇਹ ਫਜ਼ੂਲ ਨੇ। ਸਾਨੂੰ ਬਾਹਰੀ ਦਿਖਾਵੇ ਨਹੀਂ ਕਰਨੇ ਚਾਹੀਦੇ। ਰੱਬ ਜਿਹੜਾ ਵਾ ਉਸ ਭਗਤੀ ਦੀ ਥਾਂ ਕੋਈ ਵੀ ਨਹੀਂ ਲੈ ਸਕਦਾ। ਤਾਂ ਸਾਨੂੰ ਕੀ ਆ ਹਮੇਸ਼ਾ ਭਗਤੀ ਕਰਨੀ ਚਾਹੀਦੀ ਆ, ਦਿਲੋਂ ਰੱਬ ਨੂੰ ਯਾਦ ਕਰਨਾ ਚਾਹੀਦਾ ਵਾ, ਨਾ ਕਿ ਹਮੇਸ਼ਾ ਇਹੋ ਜਿਹੇ ਅਡੰਬਰ ਕਰਨੇ ਚਾਹੀਦੇ ਆ ਜਿਹੜੇ ਕਿ ਰੱਬ ਨੂੰ ਵੀ ਪਸੰਦ ਨਹੀਂ ਆਉਂਦੇ। ਅਗਲਾ ਹੈ ਸਰਬ ਉੱਚ ਆਨੰਦ ਜਾਂ ਸੱਚਖੰਡ ਦੀ ਪ੍ਰਾਪਤੀ। ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਜੇਕਰ ਤੁਸੀਂ ਮਨੁੱਖੀ ਜੀਵਨ ਦਾ ਮਕਸਦ ਕੀ ਹੁੰਦਾ ਸਰਬ ਉੱਚ ਆਨੰਦ ਪ੍ਰਾਪਤ ਕਰਨਾ, ਅਤੇ ਉਹ ਕਹਿੰਦੇ ਸੀ ਵੀ ਜਿਹੜੇ ਮਾਨਸਿਕ ਸਾਡੀ ਜਿਹੜੀ ਸਥਿਤੀ ਆ ਉਹ ਬੰਦੇ ਦੀ ਚਿੰਤਾ ਅਤੇ ਦੁੱਖਾਂ ਤੋਂ ਮੁਕਤ ਹੋ ਜਾਂਦੀ ਆ ਜੇਕਰ ਉਹ ਰੱਬ ਦੇ ਉੱਤੇ ਵਿਸ਼ਵਾਸ ਰੱਖੇ ਅਤੇ ਉਹਨੂੰ ਕੋਈ ਵੀ ਡਰ ਨਹੀਂ ਰਹਿੰਦਾ ਅਤੇ ਉਹ ਜਿਹੜੀ ਦੁੱਖ ਦਿਲ ਦੇ ਵਿੱਚ ਸ਼ਾਂਤੀ ਆ ਜਾਂਦੀ ਆ ਅਤੇ ਉਹ ਆਪਣੇ ਰੱਬ ਨੂੰ ਪਾ ਲੈਂਦਾ ਅਤੇ ਰੱਬ ਨਾਲ ਘੁਲ ਮਿਲ ਜਾਂਦਾ ਵਾ। ਤਾਂ ਸਾਨੂੰ ਵੀ ਰੱਬ ਦੇ ਨਾਲ ਘੁਲ ਮਿਲ ਕੇ ਰਹਿਣਾ ਚਾਹੀਦਾ ਵਾ। ਜਿਹੜਾ ਵੀ ਕੰਮ ਕਰਦੇ ਉਹਨੂੰ ਦਿਲ ਲਾ ਕੇ ਕਰੋ ਅਤੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਇੰਜੋਏ ਕਰੋ। ਇਹ ਗੁਰੂ ਨਾਨਕ ਦੇਵ ਜੀ ਦੀ ਥਿੰਕਿੰਗ ਸੀਗੀ। ਅੱਗੇ ਹੈ ਨੈਤਿਕ ਜੀਵਨ ਦੇ ਉੱਤੇ ਜ਼ੋਰ। ਗੁਰੂ ਨਾਨਕ ਦੇਵ ਜੀ ਹਮੇਸ਼ਾ ਨੈਤਿਕਤਾ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ। ਉਹਨਾਂ ਨੇ ਲੋਕਾਂ ਨੂੰ ਪ੍ਰੇਰਿਆ। ਉਹਨਾਂ ਨੇ ਕਿਹਾ ਵੀ ਹਮੇਸ਼ਾ ਸਦਾ ਸੱਚ ਬੋਲੋ, ਚੋਰੀ ਨਾ ਕਰੋ, ਠੀਕ ਹੈ ਜੀ, ਇਮਾਨਦਾਰੀ ਦੇ ਨਾਲ ਆਪਣਾ ਜੀਵਨ ਜਿਹੜਾ ਵਾ ਉਹ ਬਸਰ ਕਰੋ, ਨਿਰਵਾਹ ਕਰੋ। ਜੇਕਰ ਤੁਹਾਨੂੰ ਫਿਰ ਵੀ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰੋ। ਹਮੇਸ਼ਾ ਕਿਸੇ ਨੂੰ ਵੀ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਓ। ਅਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਉਹ ਗੁਰੂ ਨਾਨਕ ਦੇਵ ਜੀ ਨੇ ਦੱਸੀਆਂ। ਹੁਣ ਸਾਨੂੰ ਇਹਨਾਂ ਦੀਆਂ ਜਿਹੜੀਆਂ ਵੀ ਉਪਦੇਸ਼ ਸੀ ਜਾਂ ਉਹਨਾਂ ਦੀ ਸਿੱਖਿਆਵਾਂ ਤੋਂ ਪਤਾ ਲੱਗਦਾ ਵੀ ਗੁਰੂ ਨਾਨਕ ਦੇਵ ਜੀ ਕਿੰਨੇ ਮਹਾਨ ਸੰਤ ਹੋਏ ਨੇ ਅਤੇ ਕਿੰਨੇ ਵਧੀਆ ਸਮਾਜਿਕ ਸੁਧਾਰਕ ਹੋਏ ਨੇ। ਅਤੇ ਉਹਨਾਂ ਨੇ ਹਮੇਸ਼ਾ ਰੱਬ ਦਾ ਨਾਮ ਧਿਆਉਣ ਦੇ ਲਈ ਕਿਹਾ, ਹਮੇਸ਼ਾ ਰੱਬ ਦੇ ਉੱਤੇ ਭਟਕੇ ਹੋਏ ਲੋਕਾਂ ਨੂੰ ਉਹਨਾਂ ਨੂੰ ਸਿੱਧੇ ਰਾਹ ਪਾਉਣਾ ਅਤੇ ਸਹੀ ਰਾਹ ਦੱਸਣਾ। ਇਹ ਗੁਰੂ ਨਾਨਕ ਦੇਵ ਜੀ ਨੇ ਇੰਨੇ ਵਧੀਆ ਕੰਮ ਕੀਤੇ ਜਿਨ੍ਹਾਂ ਕਰਕੇ ਉਹ ਹਲੇ ਵੀ ਪੂਰੇ ਸੰਸਾਰ ਦੇ ਵਿੱਚ ਵਿਖਿਆਤ ਨੇ ਆਪਣੇ ਕੰਮਾਂ ਕਰਕੇ।
ਅਗਲਾ ਦੇਖੋ ਪ੍ਰਸ਼ਨ ਕੀ ਹੈ, ਉਹ ਹੈ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਵਿਸਥਾਰਪੂਰਵਕ ਲਿਖੋ। ਸਾਨੂੰ ਸਭ ਨੂੰ ਪਤਾ ਵੀ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਕੀਤੀਆਂ ਅਤੇ ਉਹ 4 ਉਦਾਸੀਆਂ ਦੇ ਲਈ ਉਹ 4 ਦਿਸ਼ਾਵਾਂ ਦੇ ਵਿੱਚ ਘੁੰਮੇ। ਦੇਖੋ ਪਹਿਲੀ ਉਦਾਸੀ ਜਿਹੜੀ ਸੀ ਉਹ ਭਾਰਤ ਦੇ ਵਿੱਚ ਜਿਹੜੀ ਸੀਗੀ ਉਹ ਪੂਰਬ ਤੋਂ ਦੱਖਣ ਦਿਸ਼ਾ ਵਿੱਚ ਗਏ। ਇਹ ਯਾਤਰਾ ਵਿੱਚ ਲਗਭਗ ਉਹਨਾਂ ਨੇ 1500 ਈਸਵੀ ਤੋਂ ਆਰੰਭ ਕੀਤੀ ਅਤੇ ਇਹਦੇ ਵਿੱਚ ਉਹਨਾਂ ਦੇ ਪ੍ਰਸਿੱਧ ਚੇਲੇ ਜਿਹੜੇ ਮੰਨੇ ਜਾਂਦੇ ਨੇ ਭਾਈ ਮਰਦਾਨਾ ਜੀ, ਜਿਹੜੇ ਕਿ ਹਮੇਸ਼ਾ ਉਹਨਾਂ ਦੇ ਨਾਲ ਰਹੇ। ਉਹ ਕੀ ਸੀ, ਰਬਾਬ ਵਜਾਉਣ ਦੇ ਵਿੱਚ ਨਿਪੁੰਨ ਸੀਗੇ। ਉਹ ਯਾਤਰਾ ਦੇ ਦੌਰਾਨ ਗੁਰੂ ਜੀ ਦੀਆਂ ਕਈ ਥਾਵਾਂ ਦੇ ਉੱਤੇ ਦੌਰਾ ਕੀਤਾ, ਜਿਵੇਂ ਸੱਯਦਪੁਰ ਦੇ ਵਿੱਚ ਕੀਤਾ। ਗੁਰੂ ਨਾਨਕ ਦੇਵ ਜੀ ਜਿਹੜੇ ਸੀ ਉਹ ਸੁਲਤਾਨਪੁਰ ਲੋਧੀ ਤੋਂ ਆਪਣਾ ਗਿਆਨ ਪ੍ਰਾਪਤ ਕਰਕੇ ਉਹ ਪਹਿਲਾਂ ਸੱਯਦਪੁਰ ਦੇ ਵਿੱਚ ਗਏ। ਉੱਥੇ ਉਹਨਾਂ ਨੇ ਲਾਲੋ ਨਾਮ ਦਾ ਜਿਹੜੇ ਤਰਖਾਣ ਸੀਗੇ ਉਹਨੂੰ ਆਪਣਾ ਸ਼ਰਧਾਲੂ ਬਣਾਇਆ। ਫਿਰ ਉਸ ਤੋਂ ਬਾਅਦ ਜਿਹੜੇ ਸੀ ਤੁਲਬਾ, ਯਾਨੀ ਕਿ ਤੁਲਬਾ ਜਿਹੜਾ ਸੀਗਾ ਸੱਯਦ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਜਿਹੜੇ ਸੀ ਮੁਲਤਾਨਪੁਰ ਦੇ ਵਿੱਚ ਸਥਿਤ ਇੱਕ ਤੁਲੱਬਾ ਨਾਂ ਦੀ ਇੱਕ ਥਾਂ ਸੀਗਾ, ਜਿੱਥੇ ਕਿ ਸੱਜਣ ਠੱਗ ਜਿਹੜਾ ਕਿ ਸਭ ਤੋਂ ਜ਼ਿਆਦਾ ਪਾਪੀ ਮੰਨਿਆ ਜਾਂਦਾ ਸੀ, ਜਿਹੜਾ ਕਿ ਇਨਸਾਨਾਂ ਨੂੰ ਮਾਰ ਕੇ ਖਾ ਜਾਂਦਾ ਸੀਗਾ, ਉਹਨੂੰ ਰੱਬ ਦਾ ਨਾਮ ਦਰਸਾਇਆ ਅਤੇ ਉਹਨੂੰ ਠੱਗਾਂ ਦਾ ਆਗੂ ਸੀਗਾ ਅਸਲ ਦੇ ਵਿੱਚ। ਉਹਨੂੰ ਠੱਗੀ ਛਡਾ ਕੇ ਉਹਨੂੰ ਧਰਮ ਦਾ ਪ੍ਰਚਾਰ ਦੇ ਰਾਹ 'ਤੇ ਪਾਇਆ ਅਤੇ ਤੇਜਾ ਸਿੰਘ ਨੂੰ ਠੀਕ ਹੀ ਕਿਹਾ ਸੀਗਾ ਕਿ ਗੁਰੂ ਨਾਨਕ ਦੇਵ ਜੀ ਅਪਾਰ ਕਿਰਪਾ ਨਾਲ ਜਿਹੜਾ ਅਪਰਾਧੀ ਵੀ ਆ ਉਹ ਗੁਫਾ ਵੀ ਰੱਬ ਦੀ ਜਿਹੜੀ ਭਗਤੀ ਦੇ ਵਿੱਚ ਆ ਉਹ ਮੰਦਿਰ ਬਣ ਜਾਂਦੀ ਆ। ਇਹ ਗੱਲਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਕਹੀਆਂ। ਦੀ ਕ੍ਰਿਮੀਨਲ ਡੀਨਸ ਬਿਕੇਮਸ ਟੂ ਦੀ ਟੈਂਪਲ ਆਫ ਦੀ ਗੋਡ ਵਿਕਸ਼ਿਪਸ, ਵੀ ਜਿਹੜਾ ਵੀ ਇੱਕ ਜ਼ਾਲਿਮ ਦੀ ਜਿਹੜੀ ਗੁਫਾ ਵੀ ਹੋਊਗੀ ਉਹ ਕੀ ਆ, ਉਹ ਵੀ ਇੱਕ ਸਵਰਗ ਬਣ ਜਾਂਦੀ ਹੈ ਜੇਕਰ ਉਹ ਚੰਗੇ ਕਰਮ ਦੇ ਵਿੱਚ ਲੱਗ ਜਾਵੇ। ਤਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਸੱਜਣ ਨੂੰ ਸਹੀ ਨਾਮ ਦੇ ਜਿਹੜਾ ਉਹਨਾਂ ਦੇ ਨਾਮ ਦਾ ਸੀਗਾ ਉਹਦਾ ਸਹੀ ਮੀਨਿੰਗ ਦੱਸਿਆ ਅਤੇ ਉਹਨੂੰ ਸਹੀ ਰਾਹ ਪਾਇਆ। ਨੈਕਸਟ ਸੀਗਾ ਕੁਰੂਕਸ਼ੇਤਰ। ਲੰਬਾ ਤੋਂ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਪ੍ਰਸਿੱਧ ਜਿਹੜਾ ਤੀਰਥ ਸਥਾਨ ਸੀ ਕੁਰੂਕਸ਼ੇਤਰ ਦੇ ਵਿੱਚ ਪਹੁੰਚ ਗਏ। ਹੁਣ ਉੱਥੇ ਸਾਲ ਦੇ ਵਿੱਚ ਸੂਰਜ ਗ੍ਰਹਿਣ ਦੇ ਮੌਕੇ ਹਜ਼ਾਰਾਂ ਬ੍ਰਾਹਮਣ ਤੇ ਸਾਧੂ ਫਕੀਰ ਤੇ ਜਿਹੜੇ ਹਿੰਦੂ ਯਾਤਰੀ ਸੀ ਉੱਥੇ ਇਕੱਠਾ ਹੁੰਦਾ ਸੀਗਾ। ਗੁਰੂ ਨਾਨਕ ਦੇਵ ਜੀ ਨੇ ਇਕੱਠੇ ਹੋਏ ਲੋਕਾਂ ਨੂੰ ਇਹ ਉਦੇਸ਼ ਦਿੱਤਾ ਕਿ ਬਾਹਰੀ ਅਤੇ ਸਰੀਰਕ ਪਵਿੱਤਰਤਾ ਦੀ ਥਾਂ 'ਤੇ ਬੰਦੇ ਨੂੰ ਕੀ ਆ, ਮਨ ਅਤੇ ਆਤਮਾ ਦੀ ਪਵਿੱਤਰਤਾ ਦੇ ਉੱਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ। ਉਹ ਕਹਿੰਦੇ ਸੀ ਵੀ ਕਦੇ ਵੀ ਆਪਣੇ ਤਨ ਨੂੰ ਸਾਫ਼ ਬਣਾਉਣ ਤੋਂ ਪਹਿਲਾਂ ਆਪਣੇ ਮਨ ਨੂੰ ਸਾਫ਼ ਕਰੋ। ਜੇਕਰ ਤੁਸੀਂ ਮਨ ਸਾਫ਼ ਕਰ ਲਿਆ ਤਾਂ ਤੁਸੀਂ ਜੱਗ ਜਿੱਤ ਲਿਆ ਅਤੇ ਰੱਬ ਨੂੰ ਪਾ ਲਿਆ। ਅਤੇ ਹਮੇਸ਼ਾ ਇਹ ਚੀਜ਼ਾਂ ਦੇ ਉੱਤੇ ਉਹ ਜ਼ੋਰ ਦਿੰਦੇ ਸੀਗੇ। ਉਦੋਂ ਬਾਅਦ ਉਹ ਪਾਣੀਪਤ, ਦਿੱਲੀ, ਹਰਿਦੁਆਰ, ਕੁਰੂਕਸ਼ੇਤਰ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਜਿਹੜੇ ਸੀ ਉਹ ਪਾਣੀਪਤ ਪਹੁੰਚੇ। ਉਹ ਉੱਥੇ ਹੀ ਦਿੱਲੀ ਦੇ ਹਰਿਦੁਆਰ ਵੀ ਪਹੁੰਚੇ ਅਤੇ ਉੱਥੇ ਲੋਕਾਂ ਨੂੰ ਆਪਣੇ ਪੁੱਤਰਾਂ 'ਤੇ ਸੂਰਜ ਦੇ ਮੂੰਹ ਨੂੰ ਦੇਖ ਕੇ ਪਾਣੀ ਦਿੰਦਿਆਂ ਵੇਖਿਆ ਅਤੇ ਗੁਰੂ ਜੀ ਨੇ ਇਹ ਪ੍ਰਥਾ ਦਾ ਫਜ਼ੂਲ ਸਿੱਧ ਕਰਦੇ ਹੋਏ ਪੱਛਮ ਵੱਲ ਪਾਣੀ ਸੁੱਟ ਦਿੱਤਾ ਸੀ। ਅਤੇ ਗੁਰੂ ਜੀ ਦੇ ਕੋਲੋਂ ਜਦੋਂ ਕਿਸੇ ਨੇ ਪੁੱਛਿਆ ਵੀ ਗੁਰੂ ਜੀ ਤੁਸੀਂ ਉਹ ਇੱਧਰ ਪਾਣੀ ਕਿਉਂ ਸਿੱਟ ਰਹੇ ਹੋ, ਸੂਰਜ ਤਾਂ ਪੂਰਬ ਵੱਲ ਆ, ਤਾਂ ਗੁਰੂ ਜੀ ਨੇ ਕਿਹਾ ਵੀ ਮੇਰਾ ਜਿਹੜਾ ਪੰਜਾਬ ਆ ਉਹ ਕੀ ਆ, ਪੱਛਮ ਵੱਲ ਸਥਿਤ ਆ ਅਤੇ ਮੈਂ ਆਪਣੇ ਜਿਹੜਾ ਇਹ ਪਾਣੀ ਆ ਉਹ ਆਪਣੇ ਖੇਤਾਂ ਨੂੰ ਸਿੰਜ ਰਿਹਾ ਵਾਂ। ਅਤੇ ਜਿਹੜੇ ਲੋਕ ਸੀਗੇ ਉਹਨਾਂ ਮਜ਼ਾਕ ਉਡਾਉਣ ਲੱਗ ਗਏ। ਤਾਂ ਗੁਰੂ ਜੀ ਨੇ ਉੱਤਰ ਦਿੱਤਾ, ਜੇਕਰ ਤੁਹਾਡਾ ਸੁੱਟਿਆ ਪਾਣੀ ਜਿਹੜਾ ਕਰੋੜਾਂ ਮੀਲ ਦੂਰ ਜਿਹੜਾ ਸੂਰਜ ਆ ਜਾਂ ਉੱਥੇ ਤੱਕ ਪਹੁੰਚ ਸਕਦਾ, ਤਾਂ ਮੇਰਾ ਪਾਣੀ ਤਾਂ ਇੱਥੇ 300 ਕਿਲੋਮੀਟਰ ਦੂਰ ਹੀ ਇੱਕ ਖੇਤ ਨੇ, ਉੱਥੇ ਕਿਉਂ ਨਹੀਂ ਪਹੁੰਚੂਗਾ। ਤਾਂ ਹਰੇਕ ਲੋਕ ਜਿਹੜੇ ਸੀਗੇ ਉਹਨਾਂ ਦੀ ਜਿਹੜੀਆਂ ਗੱਲਾਂ ਸੀਗੀਆਂ ਜਾਂ ਉਹਨਾਂ ਦੇ ਥੋਟ ਸੀਗੇ ਉਹ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਕਈ ਲੋਕ ਉਹਨਾਂ ਦੇ ਨਾਲ ਵੀ ਜੁੜੇ ਅਤੇ ਉਹਨਾਂ ਦੀ ਮੁਹਿੰਮ ਦੇ ਨਾਲ ਜੁੜ ਕੇ ਉਹ ਲੋਕਾਂ ਨੂੰ ਹੋਰ ਜ਼ਿਆਦਾ ਗਾਈਡ ਕਰਨ ਲੱਗੇ। ਉਦੋਂ ਬਾਅਦ ਦੇਖੋ ਕੀ ਹੋਇਆ, ਗੋਰਖਮਤਾ ਜਿਹੜਾ ਸੀ ਹਰਿਦੁਆਰ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਕੇਦਾਰਨਾਥ, ਬਦਰੀਨਾਥ, ਜੋਸ਼ੀਮਠ ਆਦਿ ਸਥਾਨਾਂ ਦੇ ਉੱਤੇ ਦੌਰਾ ਕੀਤਾ। ਫਿਰ ਉਹ ਗੋਰਖਮਤਾ ਦੇ ਨਾਂ 'ਤੇ ਪੁੱਜੇ, ਜਿੱਥੇ ਗੋਰਖਨਾਥ ਦੇ ਪੈਰੋਕਾਰ ਨੂੰ ਮੁਕਤ ਕੀਤਾ ਅਤੇ ਸਹੀ ਰਸਤੇ ਦਿੱਤਾ। ਜਿਹੜੇ ਕਿ ਗੋਰਖਨਾਥ ਜੀ ਜਿਹੜੇ ਸੀਗੇ, ਜਿਹੜੇ ਕਿ ਮਹਾਨ ਇੱਕ ਸੰਤ ਕਹਾਉਂਦੇ ਸੀ, ਉਹਨਾਂ ਨੂੰ ਵੀ ਇੱਕ ਸਹੀ ਰਸਤਾ ਦੱਸਿਆ ਜਿਹਦੇ ਨਾਲ ਕੀ ਆ ਉਹ ਦੂਸਰੇ ਲੋਕਾਂ ਨੂੰ ਵੀ ਗਾਈਡ ਕਰ ਸਕਣ। ਇਸ ਤੋਂ ਬਾਅਦ ਬਨਾਰਸ, ਗੋਰਖਮਤਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਬਨਾਰਸ ਪਹੁੰਚੇ। ਉੱਥੇ ਦੇ ਵਿੱਚ ਇੱਕ ਭੇਟ ਜਿਹੜੇ ਸੀਗੇ ਪੰਡਿਤ ਚਤੁਰਦਾਸ ਜੀ ਦੇ ਨਾਲ ਹੋਈ, ਜਿਹੜੇ ਕਿ ਗੁਰੂ ਜੀ ਦੇ ਉਦੇਸ਼ਾਂ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹਨਾਂ ਨੂੰ ਆਪਣੇ ਚੇਲੇ ਸਹਿਤ ਗੁਰੂ ਜੀ ਦੇ ਪੈਰੋਕਾਰ ਬਣ ਗਏ। ਜਾਣੀ ਕਿ ਜਿਹੜੇ ਚਤੁਰਦਾਸ ਸੀਗੇ ਪੰਡਿਤ ਜੀ, ਉਹਨਾਂ ਨੇ ਕੀ ਸੀਗਾ, ਗੁਰੂ ਨਾਨਕ ਦੇਵ ਜੀ ਜਿਹੜੇ ਉਦੇਸ਼ ਸੀਗੇ ਅਤੇ ਉਹਨਾਂ ਦੀ ਥਿੰਕਿੰਗ ਸੀਗੀ ਉਹਨਾਂ ਨਾਲ ਬਹੁਤ ਜ਼ਿਆਦਾ ਇਨਫਲੂਐਂਸ ਹੋਏ ਅਤੇ ਉਹਨਾਂ ਦੇ ਚੇਲੇ 'ਤੇ ਬਣ ਗਏ ਸੀਗੇ ਅਤੇ ਉਹ ਹਮੇਸ਼ਾ ਗੁਰੂ ਜੀ ਦੇ ਨਾਲ ਜਿਹੜੀਆਂ ਉਹ ਕੰਮ ਜਿਹੜੇ ਉਦੇਸ਼ ਦਿੰਦੇ ਸੀਗੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਸੀ। ਨੈਕਸਟ ਹੈਗਾ ਗਇਆ। ਬਨਾਰਸ ਤੋਂ ਚੱਲ ਕੇ ਜਿਹੜੇ ਗੁਰੂ ਜੀ ਸੀਗੇ ਉਹ ਬੁੱਧ ਧਰਮ ਦੇ ਪ੍ਰਸਿੱਧ ਤੀਰਥ ਸਥਾਨ ਗਇਆ ਪਹੁੰਚੇ ਅਤੇ ਗੁਰੂ ਜੀ ਨੇ ਅਨੇਕਾਂ ਲੋਕਾਂ ਨੂੰ ਆਪਣੀਆਂ ਸਿੱਖਿਆਵਾਂ ਦੇ ਪ੍ਰਤੀ ਸ਼ਰਧਾਲੂ ਵੀ ਬਣਾਇਆ। ਇੱਥੋਂ ਉਹ ਜਿਹੜੇ ਪਟਨਾ ਅਤੇ ਹਾਜੀਪੁਰ ਵੀ ਗਏ, ਉੱਥੋਂ ਆਪਣੇ ਵਿਚਾਰਾਂ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਅਤੇ ਜਿਹੜੇ ਲੋਕ ਸੀਗੇ ਉਹ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਗੁਰੂ ਜੀ ਦੇ ਚੇਲੇ ਬਣ ਗਏ ਸੀਗੇ। ਨੈਕਸਟ ਹੈਗਾ ਅਸਾਮ। ਗੁਰੂ ਜੀ ਜਿਹੜੇ ਬਿਹਾਰ ਤੋਂ ਬਾਅਦ ਬੰਗਾਲ ਹੁੰਦੇ ਹੋਏ ਅਸਾਮ ਪਹੁੰਚ ਗਏ ਸੀਗੇ ਅਤੇ ਉੱਥੇ ਉਹਨਾਂ ਨੇ ਕਾਮਰੂਪ ਦੇ ਇੱਕ ਜਾਦੂਗਰਨੀ ਨੂੰ ਉਦੇਸ਼ ਦਿੱਤਾ ਅਤੇ ਅਸਲੀ ਸੁੰਦਰਤਾ ਦਾ ਚਰਿੱਤਰ ਵੀ ਉਹਦਾ ਉੱਥੇ ਹੀ ਬਣਾਇਆ ਅਤੇ ਉਹਨਾਂ ਨੇ ਉਹਨਾਂ ਨੂੰ ਸਹੀ ਰਾਹ ਦੱਸਿਆ ਵੀ ਇੱਕ ਬੰਦੇ ਨੂੰ ਕਿਹੜੇ ਰਾਹ ਦੇ ਉੱਤੇ ਚੱਲਣਾ ਚਾਹੀਦਾ ਵਾ। ਕਦੇ ਵੀ ਮੋਹਿਤ ਜਾਂ ਸੁੰਦਰਤਾ ਦੇ ਉੱਤੇ ਜ਼ਿਆਦਾ ਗੁਮਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਤਾਂ ਕੁਝ ਕੁ ਟਾਈਮ ਦੀਆਂ ਗੱਲਾਂ ਹੁੰਦੀਆਂ ਨੇ, ਪਰ ਜਿਹੜਾ ਰੱਬ ਨੂੰ ਪਾ ਲੈਂਦਾ ਉਹ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਸੁੰਦਰ ਬਣਾ ਸਕਦਾ ਵਾ ਅਤੇ ਸਹੀ ਰਾਹ ਦੇ ਉੱਤੇ ਚੱਲ ਸਕਦਾ ਵਾ। ਨੈਕਸਟ ਹੈਗਾ ਢਾਕਾ, ਕਟਕ, ਜਗਨਨਾਥਪੁਰੀ। ਇਸ ਤੋਂ ਬਾਅਦ ਜਿਹੜੇ ਗੁਰੂ ਜੀ ਸੀਗੇ ਉਹ ਢਾਕਾ ਪਹੁੰਚੇ ਅਤੇ ਉੱਥੇ ਵੱਖ ਵੱਖ ਤਰ੍ਹਾਂ ਦੇ ਧਾਰਮਿਕ ਨੇਤਾ ਦੇ ਨਾਲ ਮੁਲਾਕਾਤ ਹੋਈ।
ਢਾਕਾ ਤੋਂ ਕਟਕ ਹੁੰਦੇ ਹੋਏ ਗੁਰੂ ਜੀ ਉੜੀਸਾ ਦੇ ਵਿੱਚ ਜਗਨਨਾਥਪੁਰੀ ਪਹੁੰਚੇ। ਪੁਰੀ ਦੇ ਮੰਦਿਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਵਿਸ਼ਨੂੰ ਜੀ ਦੀ ਮੂਰਤੀ ਪੂਜਾ ਅਤੇ ਆਰਤੀ ਪੂਜਾ ਵੇਖਿਆ, ਅਤੇ ਗੁਰੂ ਜੀ ਨੇ ਉੱਥੇ ਉਪਦੇਸ਼ ਦਿੱਤਾ ਕਿ ਮੂਰਤੀ ਪੂਜਾ ਤਾਂ ਫਜ਼ੂਲ ਆ, ਪਰਮਾਤਮਾ ਕੀ ਆ, ਸਰਬ ਵਿਆਪੀ ਆ। ਜੇਕਰ ਤੁਸੀਂ ਦਿਲੋਂ ਤੇ ਇੱਕ ਚੰਗੇ ਇਨਸਾਨ ਬਣ ਕੇ ਇੱਕ ਚੰਗੀਆਂ ਗੱਲਾਂ ਕਰੋਗੇ ਤੇ ਰੱਬ ਦੇ ਪਾ ਸਕਦੇ ਹੋ। ਇਹਨਾਂ ਮੂਰਤੀਆਂ ਨੂੰ ਪੂਜਣ ਦੇ ਨਾਲ ਕੁਛ ਨਹੀਂ ਮਿਲਦਾ, ਤੇ ਹਮੇਸ਼ਾ ਕੀ ਆ, ਇੱਕ ਚੰਗੇ ਇਨਸਾਨ ਬਣੋ, ਇੱਕ ਦੂਸਰੇ ਦੀ ਹੈਲਪ ਕਰੋ। ਇਹ ਚੀਜ਼ਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਦੱਸੀਆਂ। ਫਿਰ ਉਸ ਤੋਂ ਬਾਅਦ ਉਹ ਦੱਖਣ ਭਾਰਤ ਦੇ ਵਿੱਚ ਪੁਰੀ ਦੇ ਤੋਂ ਗੁਰੂ ਜੀ ਦੱਖਣ ਦੇ ਵੱਲ ਗਏ, ਤੇ ਉਸ ਤੋਂ ਬਾਅਦ ਗੁੰਟੂਰ, ਕਾਜੀਪੁਰਮ, ਤ੍ਰਿਚਪੁਰਮ, ਨਾਗਪਟਮ, ਰਾਮੇਸ਼ਵਰਮ, ਤ੍ਰਿਵੇਂਦਰਮ ਅਤੇ ਲੰਕਾ ਪਹੁੰਚ ਗਏ ਸੀਗੇ। ਉਸ ਤੋਂ ਬਾਅਦ ਜਿਹੜੇ ਰਾਜਾ ਜਿਹੜੇ ਸ਼ਿਵਨਾਥ ਜਿਹੜੇ ਸੀਗੇ ਗੁਰੂ ਜੀ ਦੀ ਸ਼ਖਸੀਅਤ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਉਹਨਾਂ ਦੀ ਬਾਣੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ, ਅਤੇ ਉਹਨਾਂ ਦੇ ਚੇਲੇ ਬਣ ਗਏ। ਅਤੇ ਲੰਕਾ ਦੇ ਵਿੱਚ ਗੁਰੂ ਜੀ ਦਾ ਝੰਡਾ ਵੇਦੀ ਨਾਂ ਦਾ ਇੱਕ ਸ਼ਰਧਾਲੂ ਜਿਹੜਾ ਕਿ ਪਰਮਾਤਮਾ ਦਾ ਪ੍ਰਚਾਰ ਲਈ ਨਿਯੁਕਤ ਕੀਤਾ, ਜਾਣੀ ਕਿ ਗੁਰੂ ਜੀ ਨੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਕੀ ਆ, ਤੁਸੀਂ ਇੱਥੇ ਰਹਿ ਕੇ ਹੀ ਲੋਕਾਂ ਨੂੰ ਗਾਈਡ ਕਰੋ ਅਤੇ ਉਹਨਾਂ ਨੂੰ ਸਹੀ ਰਸਤੇ ਪਾਓ, ਇਹ ਤੁਹਾਡਾ ਕੰਮ ਆ, ਅਤੇ ਤੁਸੀਂ ਇਹ ਕੰਮ ਨੂੰ ਬੜੇ ਵਧੀਆ ਢੰਗ ਦੇ ਨਾਲ ਕਰਨਾ ਵਾ। ਅਤੇ ਉਹ ਜਿਹੜੇ ਲੋਕ ਸੀਗੇ ਉਹਨਾਂ ਨਾਲ ਜੁੜ ਕੇ ਇਸ ਜਿਹੜੇ ਕੰਮ ਸੀਗੇ ਉਹ ਵਧੀਆ ਢੰਗ ਨਾਲ ਕਰਨਾ ਸ਼ੁਰੂ ਕਰ ਦਿੱਤਾ। ਵਾਪਸੀ ਯਾਤਰਾ ਵੀ ਲੰਕਾ ਦੀ ਵਾਪਸੀ ਤੋਂ ਬਾਅਦ ਗੁਰੂ ਜੀ ਜਿਹੜੇ ਸੀਗੇ ਉਹ ਪਾਕਪਟਮ ਪਹੁੰਚੇ, ਅਤੇ ਉੱਥੇ ਭੇਟ ਉਹਨਾਂ ਦੀ ਸ਼ੇਖ ਫਰੀਦ ਜੀ ਨਾਲ, ਜਿਹੜੇ ਕਿ 10ਵੇਂ ਉੱਤਰਾਧਿਕਾਰੀ ਸੀਗੇ ਸ਼ੇਖ ਬ੍ਰਹਮ ਅਤੇ ਸ਼ੇਖ ਇਬਰਾਹਿਮ ਦੇ ਨਾਲ ਹੋਈ, ਜਿਨ੍ਹਾਂ ਦੇ ਵਿਚਾਰਾਂ ਨੂੰ ਸੁਣ ਕੇ ਉਹ ਬਹੁਤ ਪ੍ਰਸੰਨ ਹੋਏ। ਅਤੇ ਉੱਥੋਂ ਪਾਕਪਟਮ ਤੋਂ ਦਲੀਪੁਰ ਹੁੰਦੇ ਹੋਏ ਗੁਰੂ ਸਾਹਿਬ ਜੀ ਵਾਪਸ ਸੁਲਤਾਨਪੁਰ ਲੋਧੀ ਵੀ ਪਹੁੰਚ ਗਏ ਸੀਗੇ। ਤਾਂ ਇਸ ਤਰ੍ਹਾਂ ਦੇ ਜਿਹੜੇ ਕੰਮ ਸੀਗੇ ਉਹਨਾਂ ਨੇ ਪਹਿਲੀ ਯਾਤਰਾ ਦੇ ਵਿੱਚ ਕੀਤੇ, ਜਿੱਥੇ ਕਿ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ, ਅਤੇ ਉਹਨਾਂ ਨੂੰ ਕਈ ਚੀਜ਼ਾਂ ਸਮਝਾਈਆਂ ਵੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਜੇਕਰ ਅਸੀਂ ਉਸ ਚੀਜ਼ਾਂ ਨੂੰ ਸੋਚੀਏ, ਛੋਟੀਆਂ ਛੋਟੀਆਂ ਗੱਲਾਂ ਹੀ ਰੱਬ ਨੂੰ ਪਾ ਸਕਦੀਆਂ ਨੇ, ਤਾਂ ਹਮੇਸ਼ਾ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਅਤੇ ਚੰਗੇ ਲੋਕਾਂ ਦੀ ਸੇਧ ਕਰਨੀ ਚਾਹੀਦੀ ਹੈ। ਅਗਲਾ ਪ੍ਰਸ਼ਨ ਹੈ ਵੀ ਗੁਰੂ ਜੀ ਦੇ ਜਿਹੜਾ ਬਚਪਨ ਜੀਵਨ ਦੇ ਉੱਤੇ ਚਾਨਣਾ ਪਾਓ। ਸਾਨੂੰ ਸਭ ਨੂੰ ਪਤਾ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਸੀਗਾ ਉਹ 15 ਅਪ੍ਰੈਲ 1469 ਨੂੰ ਹੋਇਆ, ਜਿਹੜਾ ਕਿ ਤਲਵੰਡੀ ਵਿਖੇ ਵਿੱਚ ਹੋਇਆ ਸੀਗਾ, ਜਿਹੜਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਜਿਹਨੂੰ ਨਨਕਾਣਾ ਸਾਹਿਬ ਵੀ ਕਿਹਾ ਜਾਂਦਾ ਵਾ। ਅਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਕੀ ਸੀ? ਮਹਿਤਾ ਕਾਲੂ ਰਾਮ, ਅਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀਗਾ। ਬਚਪਨ ਤੇ ਸਿੱਖਿਆ ਬਾਲ ਅਵਸਥਾ ਵਿੱਚ 5 ਸਾਲ ਦੀ ਉਮਰ ਦੇ ਵਿੱਚ ਸੀਗੇ ਗੁਰੂ ਜੀ ਨੂੰ ਪੰਡਿਤ ਗੋਪਾਲ ਦੀ ਪਾਠਸ਼ਾਲਾ ਦੇ ਵਿੱਚ ਪੜ੍ਹਨ ਲਈ ਭੇਜਿਆ ਗਿਆ, ਅਤੇ ਉੱਥੇ ਉਹ 2 ਸਾਲਾਂ ਤੱਕ ਉਹਨਾਂ ਨੇ ਦੇਵਨਾਗਰੀ ਅਤੇ ਗਣਿਤ ਦੀ ਸਿੱਖਿਆ ਵੀ ਪ੍ਰਾਪਤ ਕੀਤੀ। ਅਤੇ ਉੱਥੇ ਰਹਿੰਦੇ ਰਹਿੰਦੇ ਹੀ ਉਹਨਾਂ ਨੇ ਜਿਹੜੇ ਆਪਣੇ ਪੰਡਿਤ ਜੀ ਸੀਗੇ ਉਹਨਾਂ ਨੂੰ ਵੀ ਜਿਹੜਾ ਰੱਬ ਦਾ ਪਾਠ ਸੀਗਾ ਉਹਨੂੰ ਪੜ੍ਹਾਇਆ, ਅਤੇ ਉਹਨਾਂ ਤੋਂ ਕਾਫੀ ਲੋਕ ਜਿਹੜੇ ਸੀ ਉਹ ਉਹਨਾਂ ਤੋਂ ਇਨਫਲੂਐਂਸ ਹੋਏ। ਨੈਕਸਟ ਹੈਗਾ, ਬਾਅਦ ਵਿੱਚ ਉਹਨਾਂ ਨੇ ਪੰਡਿਤ ਬ੍ਰਿਜ ਲਾਲ ਜੀ ਤੋਂ ਸੰਸਕ੍ਰਿਤ ਪੜ੍ਹਨ ਲਈ ਭੇਜਿਆ ਗਿਆ। ਫਿਰ ਗੁਰੂ ਜੀ ਨੇ ਓਮ ਸ਼ਬਦ ਦੇ ਅਸਲੀ ਅਰਥ ਨੂੰ ਦੱਸ ਕੇ ਜਿਹੜੇ ਪੰਡਿਤ ਜੀ ਸੀਗੇ ਉਹਨਾਂ ਨੂੰ ਹੈਰਾਨ ਕਰ ਦਿੱਤਾ, ਅਤੇ ਸਿੱਖ ਪਰੰਪਰਾ ਅਨੁਸਾਰ ਉਹਨਾਂ ਦੇ ਫਾਰਸੀ ਪੜ੍ਹਨ ਦੀ ਲਈ ਉਹਨਾਂ ਨੂੰ ਮੌਲਵੀ ਕੁਤਬਦੀਨ ਕੋਲ ਵੀ ਭੇਜਿਆ ਗਿਆ, ਅਤੇ ਉੱਥੇ ਵੀ ਉਹਨਾਂ ਨੇ ਆਪਣੇ ਵਿਚਾਰਾਂ ਦੇ ਨਾਲ ਮੌਲਵੀ ਜੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਨੈਕਸਟ ਹੈਗਾ ਵਾ ਜਨੇਊ ਦੀ ਰਸਮ। ਅਜੇ ਗੁਰੂ ਜੀ ਜਿਹੜੀ ਸਿੱਖਿਆ ਚੱਲ ਹੀ ਰਹੀ ਸੀਗੀ, ਤਾਂ ਉਹਨਾਂ ਦੇ ਮਾਤਾ ਪਿਤਾ ਜਿਵੇਂ ਸਨਾਤਨ ਰੀਤੀ ਰਿਵਾਜ ਦੇ ਅਨੁਸਾਰ ਜਿਹੜਾ ਸੀਗਾ ਜਨੇਊ ਪਾਉਣਾ ਚਾਹਿਆ, ਪਰੰਤੂ ਗੁਰੂ ਜੀ ਨੇ ਉਹ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹਨਾਂ ਨੇ ਕਿਹਾ ਵੀ ਮੈਨੂੰ ਉਹ ਜਨੇਊ ਚਾਹੀਦਾ ਵੀ ਜਿਹੜਾ ਕੀ ਹੋਵੇ ਸਦਗੁਣਾ, ਜਾਣੀ ਕਿ ਸੱਚਾਈ ਜਾਂ ਸਦਗੁਣਾ ਦੇ ਨਾਲ ਜਨੇਊ ਦੇ ਨਾਲ ਬਣਿਆ ਹੋਵੇ, ਧਾਗੇ ਨਾਲ ਬਣਿਆ ਹੋਵੇ। ਮੈਨੂੰ ਸੂਤ ਦੇ ਧਾਗੇ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਇਹ ਪਾ ਕੇ ਵੀ ਬੰਦਾ ਪਾਪ ਕਰਦਾ ਰਹਿੰਦਾ। ਮੈਨੂੰ ਤਾਂ ਸਿਰਫ ਉਹ ਬੰਦੇ ਚਾਹੀਦੇ ਆ ਜਾਂ ਉਹੋ ਜਿਹਾ ਧਾਗਾ ਚਾਹੀਦਾ ਜਿਹੜਾ ਕਿ ਮੈਨੂੰ ਪਾਪ ਕਰਨ ਤੋਂ ਰੋਕੇ ਅਤੇ ਮੈਨੂੰ ਸਹੀ ਇਨਸਾਨ ਬਣਨ ਦੇ ਵਿੱਚ ਹੈਲਪ ਕਰੇ। ਅੱਗੇ ਹੈਗਾ ਵੱਖ-ਵੱਖ ਕਿੱਤੇ ਵੀ। ਪੜ੍ਹਾਈ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਰੁਚੀ ਨਾ ਦੇਖਦੇ ਹੋਏ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਪਸ਼ੂ ਚਾਰਨ ਲਈ ਭੇਜਿਆ। ਗੁਰੂ ਜੀ ਹਮੇਸ਼ਾ ਰੱਬ ਦੀ ਭਗਤੀ ਵਿੱਚ ਹੀ ਲੀਨ ਰਹਿੰਦੇ ਸੀ, ਅਤੇ ਪਸ਼ੂ ਜਿਹੜੇ ਸੀਗੇ ਉਹ ਕਿਸਾਨਾਂ ਦੇ ਖੇਤਾਂ ਵਿੱਚ ਚਰਨ ਚਲੇ ਜਾਂਦੇ ਸੀ। ਬਹੁਤ ਸਾਰੇ ਕਿਸਾਨਾਂ ਨੇ ਉਹਨਾਂ ਦੀ ਸ਼ਿਕਾਇਤ ਵੀ ਕੀਤੀ, ਅਤੇ ਉਹਨਾਂ ਦੇ ਪਿਤਾ ਜੀ ਉਹਨਾਂ ਤੋਂ ਤੰਗ ਆ ਕੇ ਗੁਰੂ ਜੀ ਨੂੰ ਵਪਾਰ ਕਰਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਗੁਰੂ ਜੀ ਨੇ ਉਹ 20 ਰੁਪਏ ਦਾ ਕੀ ਕੀਤਾ ਸੀਗਾ, ਸਾਨੂੰ ਸਭ ਨੂੰ ਯਾਦ ਆ। ਇੱਕ ਸਾਖੀ ਜਿਹੜੀ ਸੀਗੀ ਵੀ 20 ਰੁਪਏ ਦੇ ਜਿਹੜੇ ਸੀਗੇ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ, ਅਤੇ ਉਹਨਾਂ ਉੱਤੇ ਖਰਚ ਕਰ ਦਿੱਤਾ, ਅਤੇ ਉਹਨਾਂ ਦੀ ਸੇਵਾ ਕੀਤੀ। ਅਤੇ ਇਸ ਚੀਜ਼ ਨੂੰ ਜਿਹੜਾ ਸੀਗਾ ਇਹ ਇਤਿਹਾਸ ਦੇ ਵਿੱਚ ਸੱਚਾ ਸੌਦਾ ਬਣ ਗਿਆ, ਜਿਹਦੇ ਨਾਮ ਨਾਲ ਉਹ ਦਰਸਾਇਆ ਜਾਂਦਾ ਵਾ। ਨੈਕਸਟ ਹੈਗਾ ਗੁਰੂ ਜੀ ਦਾ ਵਿਆਹ। ਆਪਣੇ ਪੁੱਤਰ ਦਾ ਜਿਹੜਾ ਸੰਸਾਰਿਕ ਜੀਵਨ ਸੀਗਾ ਉਹਦੀ ਰੁਚੀ ਨਾ ਦੇਖਦੇ ਹੋਏ ਵੀ ਮਹਿਤਾ ਕਾਲੂ ਜੀ ਬਹੁਤ ਜ਼ਿਆਦਾ ਨਿਰਾਸ਼ ਹੋਏ, ਅਤੇ ਉਹਨਾਂ ਨੇ ਗੁਰੂ ਜੀ ਦਾ ਜਿਹੜਾ ਵਿਆਹ ਸੀ ਉਹ ਬਟਾਲਾ ਦੀ ਖੱਤਰੀ ਮੂਲ ਰਾਜ ਦੀ ਸੁਪੁੱਤਰੀ ਸੀਗੇ ਜਿਹੜੀ ਸੁਲੱਖਣੀ ਦੇਵੀ ਮਾਤਾ, ਉਹਨਾਂ ਨਾਲ ਉਹਨਾਂ ਵਿਆਹ ਕੀਤਾ, ਅਤੇ ਉਹਨਾਂ ਦੇ 2 ਪੁੱਤਰ ਹੋਏ ਸ਼੍ਰੀ ਚੰਦ ਅਤੇ ਸ਼੍ਰੀ ਲਖਮੀ ਚੰਦ। ਅਤੇ ਉਸ ਤੋਂ ਬਾਅਦ ਜਿਹੜੇ ਗੁਰੂ ਜੀ ਸੀਗੇ ਉਹ ਆਪਣਾ ਗ੍ਰਸਥਿਕ ਜੀਵਨ ਛੱਡ ਕੇ ਫਿਰ ਜਿਹੜੇ ਸੀਗੇ ਉਹਨਾਂ ਨੂੰ ਗਿਆਨ ਪ੍ਰਾਪਤੀ ਵੀ ਹੋਈ ਸੀਗੀ। ਨੈਕਸਟ ਹੈਗਾ ਮਹਿਤਾ ਕਾਲੂ ਜੀ ਨੇ ਰਾਮ ਜੀ ਨੂੰ ਗੁਰੂ ਜੀ ਦੀ ਨੌਕਰੀ ਸੁਲਤਾਨਪੁਰ ਦੇ ਲਈ ਭੇਜਿਆ। ਉੱਥੇ ਵੀ ਜਿਹੜੇ ਨਵਾਬ ਦੌਲਤ ਖਾਂ ਲੋਧੀ ਦੇ ਸਰਕਾਰੀ ਮੋਦੀ ਖਾਨੇ ਦੇ ਵਿੱਚ, ਜਿੱਥੇ ਅਨਾਜ ਘਰ ਵੀ ਕਿਹਾ ਜਾਂਦਾ, ਉੱਥੇ ਨੌਕਰੀ ਮਿਲੀ। ਉਹਨਾਂ ਨੇ ਬੜੀ ਇਮਾਨਦਾਰੀ ਨਾਲ ਉੱਥੇ ਕੰਮ ਕੀਤਾ, ਅਤੇ ਉਹਨਾਂ ਦੇ ਵਿਰੁੱਧ ਜਿਹੜਾ ਗੁਰੂ ਜੀ ਦੇ ਵਿਰੁੱਧ ਹਮੇਸ਼ਾ ਨਵਾਬ ਦੇ ਕੋਲ ਕੋਈ ਨਾ ਕੋਈ ਸ਼ਿਕਾਇਤ ਜਾਂਦੀ ਸੀ। ਜਦੋਂ ਨਵਾਬ ਨੇ ਉਹਨਾਂ ਦੀ ਇੱਕ ਵਾਰ ਜਾਂਚ ਪੜਤਾਲ ਕੀਤੀ ਤਾਂ ਸਾਰਾ ਹਿਸਾਬ ਕਿਤਾਬ ਠੀਕ ਸੀ, ਅਤੇ ਇਹ ਦੇਖ ਕੇ ਨਵਾਬ ਨੇ ਉਹਨਾਂ ਤੋਂ ਮਾਫੀ ਵੀ ਮੰਗੀ ਵੀ ਮੈਂ ਤੁਹਾਡੇ ਉੱਤੇ ਵੀ ਐਡਾ ਵੱਡਾ ਜਿਹੜਾ ਵਾ
ਜ਼ੁਲਮ ਕੀਤਾ ਜਾਂ ਤੁਹਾਡੇ ਇਮਾਨਦਾਰੀ ਉੱਤੇ ਸ਼ੱਕ ਕੀਤਾ, ਗੁਰੂ ਜੀ ਨੇ ਉਸ ਚੀਜ਼ ਦੇ ਉੱਤੇ ਠੇਸ ਪਹੁੰਚੀ ਸੀ, ਪਰ ਉਹਨਾਂ ਨੇ ਫਿਰ ਵੀ ਰੱਬ ਦਾ ਭਾਣਾ ਮੰਨ ਕੇ ਉਸ ਚੀਜ਼ ਦੇ ਉੱਤੇ ਐਵੇਂ ਹੀ ਕੰਮ ਕਰਦੇ ਰਹੇ। ਨੈਕਸਟ ਹੈਗਾ ਗਿਆਨ। ਵੀ ਗਿਆਨ ਪ੍ਰਾਪਤੀ ਲਈ ਗੁਰੂ ਜੀ ਜਿਹੜਾ ਹਰ ਰੋਜ਼ ਸਵੇਰੇ ਸੀਗਾ ਉਹ ਕਾਲੀ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਜਾਇਆ ਕਰਦੇ ਸੀ। ਉੱਥੇ ਉਹ ਜਿਹੜਾ ਸੀ ਕੁਝ ਕੁ ਸਮੇਂ ਉਹ ਕੀ ਸੀਗਾ, ਰੱਬ ਦੀ ਭਗਤੀ ਵੀ ਕਰਦੇ ਸੀ। ਇੱਕ ਦਿਨ ਸਵੇਰ ਨੂੰ ਕੀ ਹੋਇਆ, ਜਦੋਂ ਇਸ਼ਨਾਨ ਕਰਨ ਗਏ, ਲਗਾਤਾਰ 3 ਦਿਨ ਉਹ ਉੱਥੇ ਦਿਖੇ ਹੀ ਨਹੀਂ, ਨਾ ਉੱਥੇ ਕੋਈ ਆ ਸਕਿਆ, ਅਤੇ ਉਹ ਗੁਰੂ ਜੀ ਦੀ ਜਾਂ ਰੱਬ ਦੀ ਭਗਤੀ ਵਿੱਚ ਇੰਨੇ ਜ਼ਿਆਦਾ ਲੀਨ ਹੋ ਗਏ ਅਤੇ ਉਹਨਾਂ ਨੂੰ ਗਿਆਨ ਪ੍ਰਾਪਤੀ ਹੋਈ। ਉਹ ਜੀਵਨ ਦਾ ਉਹਨਾਂ ਦਾ ਰਹੱਸ ਜਿਹੜਾ ਸੀਗਾ ਉਹ ਚੰਗੀ ਤਰ੍ਹਾਂ ਸਮਝ ਚੁੱਕੇ ਸੀ। ਹੁਣ ਉਸੇ ਸਮੇਂ ਉਹਨਾਂ ਦੀ ਉਮਰ ਜਿਹੜੀ ਸੀ ਉਹ 30 ਸਾਲ ਸੀ। ਜਲਦੀ ਹੀ ਉਹਨਾਂ ਨੇ ਆਪਣਾ ਜਿਹੜਾ ਕੰਮ ਦਾ ਪ੍ਰਚਾਰ ਜਿਹੜਾ ਸੀ ਸ਼ੁਰੂ ਕਰ ਦਿੱਤਾ, ਅਤੇ ਸਰਲ ਸਿੱਖਿਆਵਾਂ ਨਾਲ ਪ੍ਰਭਾਵਿਤ ਹੋ ਕੇ ਕਈ ਲੋਕਾਂ ਨੇ ਉਹਨਾਂ ਨੂੰ ਪਰਉਕਾਰ ਵੀ ਮੰਨ ਲਿਆ, ਜਾਣੀ ਕਿ ਉਹਨਾਂ ਨੂੰ ਸੰਤ ਮੰਨ ਲਿਆ। ਉਹ ਹਮੇਸ਼ਾ ਸਾਰੇ ਧਰਮਾਂ ਦੇ ਸਾਂਝੇ ਸੰਤ ਵੀ ਕਹਾਏ ਨੇ, ਅਤੇ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੇ ਸਿੱਖਿਆਵਾਂ ਸੀ ਉਹ ਲੋਕਾਂ ਨੇ ਬਹੁਤ ਸਾਰੀਆਂ ਉਹਨਾਂ ਨੂੰ ਸਮਝਿਆ ਅਤੇ ਉਹਨਾਂ ਦੇ ਨਾਲ ਜੁੜੇ ਰਹੇ। ਅੱਗੇ ਕੀ ਆ, ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਵਰਣਨ ਕਰਨਾ ਸੀ। ਗਿਆਨ ਪ੍ਰਾਪਤੀ ਤੋਂ ਬਾਅਦ ਵੀ ਸਾਨੂੰ ਸਭ ਨੂੰ ਪਤਾ ਵੀ ਉਹਨਾਂ ਨੂੰ ਵੇਈ ਨਦੀ ਦੇ ਵਿੱਚ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ, ਅਤੇ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜੇ ਇਨਸਾਨ ਹੁੰਦਾ ਉਹ ਕਿਸ ਲਈ ਇਸ ਦੁਨੀਆ 'ਤੇ ਆਇਆ ਵਾ, ਅਤੇ ਉਹਨਾਂ ਨੇ ਆਪਣੀ ਜੋਬ ਛੱਡ ਕੇ, ਜਾਣੀ ਕਿ ਉਹਨਾਂ ਨੇ ਆਪਣੀ ਨੌਕਰੀ ਛੱਡ ਕੇ ਫ਼ਕੀਰ ਬਣ ਗਏ ਸੀ, ਅਤੇ ਉਹ ਫ਼ਕੀਰਾਂ ਵਾਂਗ ਘੁੰਮਣਾ ਸ਼ੁਰੂ ਕਰ ਦਿੱਤਾ ਸੀਗਾ। ਹੁਣ ਗੁਰੂ ਨਾਨਕ ਦੇਵ ਜੀ ਨੇ ਲੰਬੀਆਂ ਯਾਤਰਾ ਜਿਹੜੀਆਂ ਸੀ ਉਹ 21 ਸਾਲ ਤੱਕ ਕਰਦੇ ਰਹੇ, ਅਤੇ ਉਹਨਾਂ ਨੇ ਕਈ ਇਤਿਹਾਸਿਕ ਉਦਾਸੀਆਂ ਵੀ ਕੀਤੀਆਂ, ਜਿਨ੍ਹਾਂ ਨੂੰ ਉਦਾਸੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਵਾ। ਉਦਾਸੀਆਂ ਦਾ ਮੁੱਖ ਜਿਹੜਾ ਉਦੇਸ਼ ਸੀ ਉਹ ਕੀ ਸੀ? ਗੁਰੂ ਨਾਨਕ ਦੇਵ ਜੀ ਉਦਾਸੀਆਂ ਦੇ ਨਾਲ ਜਿਹੜੇ ਭਟਕੇ ਹੋਏ ਲੋਕ ਸੀਗੇ ਉਹਨਾਂ ਨੂੰ ਸਿੱਧੇ ਰਾਹ ਪਾਉਣਾ, ਅਤੇ ਫਜ਼ੂਲ ਦੇ ਰੀਤੀ ਰਿਵਾਜ ਅਤੇ ਕਰਮ ਕਾਂਡਾਂ ਤੋਂ ਲੋਕਾਂ ਦਾ ਖੰਡਨ ਕਰਨਾ, ਅਤੇ ਰੱਬ ਦੇ ਨਾਲ ਜੋੜਨਾ, ਅਤੇ ਰੱਬ ਨੂੰ ਸਹੀ ਚੀਜ਼ਾਂ ਜਿਹੜੀਆਂ ਰੱਬ ਦੁਆਰਾ ਦੱਸੀਆਂ ਗਈਆਂ ਚੀਜ਼ਾਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ, ਇਹ ਕੰਮ ਗੁਰੂ ਨਾਨਕ ਦੇਵ ਜੀ ਕਰਦੇ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਕਈ ਉਦਾਸੀਆਂ ਲਿਖੀਆਂ, ਜਿਨ੍ਹਾਂ ਨੂੰ 3 ਭਾਗਾਂ ਵਿੱਚ ਵੰਡਿਆ ਗਿਆ। ਪਹਿਲੀ ਉਦਾਸੀ ਜਿਹੜੀ ਸੀਗੀ, ਉਹ ਪਹਿਲੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਹੇਠਲੇ ਸਥਾਨਾਂ ਉੱਤੇ ਗਏ, ਜਿਵੇਂ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸੱਯਦਪੁਰ ਗਏ, ਜਿੱਥੇ ਭਾਈ ਲਾਲੋ ਨੂੰ ਆਪਣਾ ਸ਼ਰਧਾਲੂ ਬਣਾਇਆ, ਜਿਹੜੇ ਕਿ ਤਰਖਾਣ ਸੀਗੇ, ਅਤੇ ਉਹ ਕੀ ਸੀ, ਹਮੇਸ਼ਾ ਅੱਕ ਹਲਾਲ ਦੀ ਕਮਾਈ ਖਾਂਦੇ ਸੀ, ਅਤੇ ਉਹਨਾਂ ਦੀ ਰੋਟੀ ਦੇ ਵਿੱਚੋਂ ਖੀਰ ਨਿਕਲੀ ਸੀ, ਅਤੇ ਇਹ ਵਾਲੀ ਜਿਹੜੀ ਸਾਖੀ ਉਹ ਵੀ ਬਹੁਤ ਜ਼ਿਆਦਾ ਮਸ਼ਹੂਰ ਹੋਈ। ਇਸ ਤੋਂ ਬਾਅਦ ਜਿਹੜੇ ਗੁਰੂ ਜੀ ਨੇ ਸੀਗੇ ਉਹ ਤੁਲੰਬਾ ਦੇ ਵਿੱਚ ਸੱਜਣ ਠੱਗ ਦੇ ਕੋਲ ਕੁਰੂਕਸ਼ੇਤਰ ਅਤੇ ਪਾਣੀਪਤ ਗਏ, ਅਤੇ ਉਹਨਾਂ ਸਥਾਨਾਂ ਦੇ ਉੱਤੇ ਲੋਕਾਂ ਨੂੰ ਭਰਮਾਂ ਤੋਂ ਦੂਰ ਕੀਤਾ, ਅਤੇ ਉਹਨਾਂ ਨੇ ਸਹੀ ਰਸਤੇ ਉਹਨਾਂ ਨੂੰ ਪਾਇਆ। ਅਤੇ ਇਸ ਤੋਂ ਬਾਅਦ ਜਿਹੜਾ ਸੀਗਾ ਪਾਣੀਪਤ ਤੋਂ ਹੁੰਦੇ ਹੋਏ ਦਿੱਲੀ ਗਏ, ਅਤੇ ਉੱਥੋਂ ਹਰਿਦੁਆਰ ਗਏ, ਅਤੇ ਉੱਥੇ ਵੀ ਜਿਹੜੇ ਅੰਧ ਵਿਸ਼ਵਾਸ ਦੇ ਵਿੱਚ ਫਸੇ ਹੋਏ ਲੋਕ ਸੀਗੇ ਉਹਨਾਂ ਨੂੰ ਉੱਥੋਂ ਕੱਢਿਆ, ਅਤੇ ਉਹਨਾਂ ਨੂੰ ਸਹੀ ਰਸਤੇ ਪਾਇਆ ਸੀਗਾ। ਇਸ ਤੋਂ ਬਾਅਦ ਜਿਹੜੇ ਗੁਰੂ ਜੀ ਸੀਗੇ ਉਹ ਕੇਦਾਰਨਾਥ, ਬਦਰੀਨਾਥ, ਗੋਰਖਮਾਤਾ, ਬਨਾਰਸ, ਪਟਨਾ, ਹਾਜੀਪੁਰ ਦੁਬਲੀ, ਕਾਮਰੂਪ, ਸ਼ਿਲਾਂਗ, ਢਾਕਾ, ਜਗਨਨਾਥਪੁਰੀ, ਦੱਖਣ ਭਾਰਤ ਦੇ ਹੋਰ ਕਈ ਸਥਾਨਾਂ ਉੱਤੇ, ਅਤੇ ਅੰਤ ਵਿੱਚ ਉਹ ਪਾਕਪਟਮ ਅਤੇ ਦਿਲਾਪੁਰ ਦੇ ਵਿੱਚ ਵਾਪਸ ਹੁੰਦੇ ਹੋਏ ਸੁਲਤਾਨਪੁਰ ਲੋਧੀ ਪਹੁੰਚ ਗਏ, ਅਤੇ ਇੱਥੇ ਵੀ ਉਹਨਾਂ ਨੇ ਲੋਕਾਂ ਨੂੰ ਸਹੀ ਰਸਤੇ ਪਾਉਣ ਦਾ ਕੰਮ ਉਵੇਂ ਹੀ ਜਾਰੀ ਰੱਖਿਆ। ਦੂਜੀ ਉਦਾਸੀ ਸੀਗੀ ਗੁਰੂ ਜੀ ਨੇ, ਦੂਜੀ ਉਦਾਸੀ ਸਮੇਂ ਗੁਰੂ ਜੀ ਸਭ ਤੋਂ ਪਹਿਲਾਂ ਆਧੁਨਿਕ ਹਿਮਾਚਲ ਪ੍ਰਦੇਸ਼ ਦੇ ਵਿੱਚ ਗਏ। ਉੱਥੋਂ ਹੁੰਦੇ ਹੋਏ ਬਿਲਾਸਪੁਰ, ਮੰਡੀ, ਸਕੇਤ, ਜਵਾਲਾ ਜੀ, ਕਾਂਗੜਾ, ਕੁੱਲੂ, ਸਪਤੀ ਆਦਿ ਸਥਾਨਾਂ ਦਾ ਦੌਰਾ ਕੀਤਾ, ਅਤੇ ਉਹਨਾਂ ਨੇ ਕਈ ਲੋਕਾਂ ਨੂੰ ਜਿਹੜਾ ਸੀ ਆਪਣਾ ਸ਼ਰਧਾਲੂ ਵੀ ਬਣਾਇਆ। ਅਤੇ ਇਸ ਤੋਂ ਇਲਾਵਾ ਉਹ ਤਿੱਬਤ, ਕੈਲਾਸ਼ ਪਰਬਤ, ਲੱਦਾਖ, ਕਸ਼ਮੀਰ ਅਤੇ ਅਮਰਨਾਥ ਦੀ ਗੁਫਾ ਦੇ ਵਿੱਚ ਵੀ ਗਏ। ਇਸ ਤੋਂ ਬਾਅਦ ਉਹਨਾਂ ਨੇ ਹਸਨ ਅਬਦੁੱਲਾ, ਸਿਆਲਕੋਟ ਦਾ ਵੀ ਦੌਰਾ ਕੀਤਾ, ਅਤੇ ਉੱਥੇ ਫਿਰ ਆਪਣੇ ਨਿਵਾਸ ਸਥਾਨ ਜਿਹੜਾ ਕਰਤਾਰਪੁਰ ਸਾਹਿਬ ਸੀਗਾ ਉੱਥੇ ਆ ਕੇ ਆਪਣਾ ਜੀਵਨ ਜਿਹੜਾ ਉਹ ਬਸਰ ਕਰਨ ਲੱਗੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਤੀਜੀ ਉਦਾਸੀ ਕੀਤੀ। ਗੁਰੂ ਸਾਹਿਬ ਜੀ ਨੇ ਤੀਜੀ ਉਦਾਸੀ ਜਿਹੜੀ ਸੀ ਉਹ ਪਾਕਪਟਨ ਤੋਂ ਸ਼ੁਰੂ ਕੀਤੀ, ਅਤੇ ਅੰਤ ਵਿੱਚ ਉਹ ਸੱਯਦਪੁਰ ਗਏ। ਇਸ ਦੌਰਾਨ ਉਹਨਾਂ ਨੇ ਕਈ ਸਥਾਨਾਂ ਉੱਤੇ ਯਾਤਰਾ ਕਿਵੇਂ, ਜਿਵੇਂ ਮੁਲਤਾਨਪੁਰ, ਮੱਕਾ, ਮਦੀਨਾ, ਬਗਦਾਦ, ਤੇਹਰਾਨ, ਕੰਧਾਰ, ਪੇਸ਼ਾਵਰ, ਹਸਨ ਅਬਦੁੱਲਾ ਅਤੇ ਸੱਯਦਪੁਰ, ਇਹੋ ਜਿਹੇ ਏਰੀਆ ਦੇ ਵਿੱਚ ਵੀ ਉਹਨਾਂ ਨੇ ਆਪਣਾ ਜਿਹੜਾ ਵਰਕ ਸੀਗਾ ਜਾਂ ਆਪਣਾ ਕੰਮ ਜਿਹੜਾ ਸੀ ਉਵੇਂ ਹੀ ਚਲਾਇਆ। ਅਖੀਰਲਾ ਕੁਐਸਚਨ ਹੈ ਇਸ ਸੈਸ਼ਨ ਦਾ, ਪਰਮਾਤਮਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਸੀ, ਉਹਦਾ ਵਿਸਥਾਰਪੂਰਵਕ ਲਿਖਣਾ। ਸਭ ਨੂੰ ਪਤਾ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਸੀ ਉਹ ਹਮੇਸ਼ਾ ਕੀ ਸੀਗਾ, ਪਰਮਾਤਮਾ ਦਾ ਹੀ ਗੁਣਗਾਨ ਗਾਉਂਦੇ ਰਹਿੰਦੇ ਸੀ। ਉਹਨਾਂ ਨੂੰ ਜੇ ਰੱਬ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਸੀ। ਉਹ ਮੰਨਦੇ ਸੀ ਵੀ ਜਿਹੜਾ ਰੱਬ ਆ ਉਹ ਸਿਰਫ ਇੱਕ ਹੀ ਆ, ਅਤੇ ਰੱਬ ਹੀ ਸਾਰੀਆਂ ਚੀਜ਼ਾਂ ਕਰਾਉਂਦਾ ਵਾ। ਜਿਵੇਂ ਕਿ ਉਹ ਪਹਿਲਾ ਪੁਆਇੰਟ ਹੀ ਆ, ਪਰਮਾਤਮਾ ਇੱਕ ਹੈ। ਗੁਰੂ ਨਾਨਕ ਦੇਵ ਜੀ ਇਹ ਮੰਨਦੇ ਸੀ ਵੀ ਇੱਕ ਓਂਕਾਰ ਦਾ ਸੁਨੇਹਾ ਦਿੱਤਾ। ਇਹਦਾ ਮੂਲ ਮੰਤਰ ਸੀਗਾ ਜਿਹੜਾ ਉਹਨਾਂ ਦੀ ਸਿੱਖਿਆਵਾਂ ਦਾ, ਜਿਹਦਾ ਮਤਲਬ ਕੀ ਸੀ ਵੀ ਰੱਬ ਇੱਕ ਹੈ, ਉਹ ਕਦੇ ਵੀ ਵੰਡਿਆ ਨਹੀਂ ਜਾ ਸਕਦਾ। ਉਹ ਕੀ ਆ, ਇੱਕੋ ਤਰ੍ਹਾਂ ਦਾ ਸਵੀਕਾਰ ਹੁੰਦਾ ਵਾ, ਚਾਹੇ ਉਹ ਰੱਬ ਹੋਇਆ। ਉਹਨਾਂ ਦੇ ਵਿਚਾਰ ਪ੍ਰਭੂ ਦੀਆਂ, ਜਿਵੇਂ ਅਸੀਂ ਕਹਿੰਦੇ ਹਾਂ ਵੀ ਸਾਡੇ ਪਰਮਾਤਮਾ ਵਿਸ਼ਨੂੰ ਜੀ, ਸ਼ਿਵ, ਕ੍ਰਿਸ਼ਨਾ, ਰਾਮ, ਇਹ ਬਹੁਤ ਵੱਡਾ ਹੈ, ਅਤੇ ਇਹਨਾਂ ਦਾ ਸਾਨੂੰ ਕੀ ਆ, ਉਹ ਸਾਰਿਆਂ ਨੂੰ ਸਾਨੂੰ ਰੱਬ ਨੇ ਹੀ ਪੈਦਾ ਕੀਤਾ ਵਾ, ਤਾਂ ਅਸੀਂ ਇੱਕ ਹੀ ਪਿਤਾ ਦੀ ਔਲਾਦ ਹਾਂ, ਤਾਂ ਸਾਨੂੰ ਉਹਨਾਂ ਦੇ ਬਾਰੇ ਹੀ ਸੋਚਣਾ ਚਾਹੀਦਾ, ਅਤੇ ਉਹਨਾਂ ਨਾਲ ਹੀ ਜੁੜੇ ਰਹਿਣਾ ਚਾਹੀਦਾ ਵਾ। ਪਰਮਾਤਮਾ ਨਿਰੰਕਾਰ ਅਤੇ ਸਵੈ ਅਧਿਮਾਨ ਵੀ ਉਹਨਾਂ ਨੇ ਦੱਸਿਆ ਵੀ ਜਿਹੜਾ ਰੱਬ ਆ ਉਹ ਕੀ ਆ, ਨਿਰੰਕਾਰ ਆ, ਉਹ ਕੁਛ ਵੀ ਕਰ ਸਕਦਾ ਵਾ, ਉਹਦਾ ਕੋਈ ਆਕਾਰ ਨਹੀਂ, ਕੋਈ ਰੰਗ ਨਹੀਂ, ਕੋਈ ਰੂਪ ਨਹੀਂ। ਉਹਨਾਂ ਵਿੱਚ ਬਹੁਤ ਸਾਰੇ ਗੁਣ ਨੇ, ਅਤੇ ਜਿਨ੍ਹਾਂ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਅਤੇ ਉਹ ਕਦੇ ਵੀ ਜੰਮਿਆ ਨਹੀਂ, ਨਾ ਉਹਨਾਂ ਦਾ ਜਨਮ ਹੋਇਆ, ਨਾ ਉਹਨਾਂ ਦੀ ਕਦੀ ਡੈਥ ਹੋਣੀ ਹੈ। ਕਹਿੰਦੇ ਸਾਨੂੰ ਕਦੇ ਵੀ ਉਹਨਾਂ ਰੱਬ ਨੂੰ ਮੂਰਤੀ ਬਣਾ ਕੇ ਨਹੀਂ ਪੂਜਣਾ ਚਾਹੀਦਾ, ਕਿਉਂਕਿ ਰੱਬ ਜਿਹੜਾ ਵਾ ਹਰੇਕ ਜ਼ਰਰੇ ਜ਼ਰਰੇ ਵਿੱਚ ਆ, ਹਰੇਕ ਕਣ ਕਣ ਦੇ ਵਿੱਚ ਆ। ਸਾਨੂੰ ਉਹਨਾਂ ਨੂੰ ਹਰੇਕ ਚੀਜ਼ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਨਹੀਂ ਹੈਗਾ ਸਾਨੂੰ ਮੂਰਤੀ ਬਣਾ ਕੇ ਉੱਥੇ ਨਹੀਂ ਰੱਖਣਾ ਚਾਹੀਦਾ।
ਨੈਕਸਟ ਹੈਗਾ ਵਾ ਪਰਮਾਤਮਾ ਸਰਬ ਵਿਆਪੀ ਤੇ ਸਰਬ ਸ਼ਕਤੀਮਾਨ ਹੈ। ਵੀ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹ ਪਰਮਾਤਮਾ ਸਰਬ ਸ਼ਕਤੀਮਾਨ ਤੇ ਸਰਬ ਵਿਆਪੀ ਦੱਸਿਆ। ਉਹਨਾਂ ਨੇ ਕਿਹਾ ਵੀ ਜਿਹੜਾ ਰੱਬ ਆ ਉਹ ਹਰ ਕਣ ਕਣ ਦੇ ਵਿੱਚ ਮੌਜੂਦ ਆ। ਸਾਨੂੰ ਮੰਦਰ ਮਸਜਿਦਾਂ ਵਿੱਚ ਚਾਰ ਦੀਵਾਰੀਆਂ ਦੇ ਵਿੱਚ ਉਹਨਾਂ ਨੂੰ ਕੈਦ ਨਹੀਂ ਕਰ ਸਕਦੇ, ਕਿਉਂਕਿ ਰੱਬ ਜਿਹੜਾ ਵਾ ਹਮੇਸ਼ਾ ਕੀ ਆ, ਉਹ ਸਾਡੇ ਵਿੱਚ ਹੀ ਆ। ਸਾਨੂੰ ਆਪਸ ਦੇ ਵਿੱਚ ਇੱਕ ਵਧੀਆ ਇਨਸਾਨ ਬਣ ਕੇ ਰਹਿਣਾ ਚਾਹੀਦਾ, ਇੱਕ ਦੂਸਰੇ ਨਾਲ ਕੋਆਪਰੇਟ ਕਰਨਾ ਚਾਹੀਦਾ, ਇੱਕ ਦੂਸਰੇ ਨਾਲ ਮਿਲ ਜੁਲ ਕੇ ਸਾਰੀਆਂ ਕਥਨਾਵਾਂ ਕਰਨੀਆਂ ਚਾਹੀਦੀਆਂ ਨੇ। ਤਾਂ ਹੀ ਅਸੀਂ ਇੱਕ ਦੂਸਰੇ ਦਾ ਭਲਾ ਕਰ ਸਕਦੇ ਹਾਂ ਤੇ ਇੱਕ ਦੂਸਰੇ ਨਾਲ ਜੁੜ ਸਕਦੇ ਹਾਂ। ਗੁਰੂ ਨਾਨਕ ਦੇਵ ਜੀ ਕਹਿੰਦੇ ਸੀ, ਦੂਜਾ ਕਹੇ ਸਿਮਰੀਏ ਜੰਮੇ ਤੇ ਮਰੇ ਜਾਏ, ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ। ਵੀ ਇਹਦਾ ਮਤਲਬ ਸੀਗਾ ਵੀ ਜਿਹੜਾ ਰੱਬ ਆ ਉਹ ਕੀ ਆ, ਸਾਰੇ ਕਿਤੇ ਸਮਾਇਆ ਹੋਇਆ। ਸਾਨੂੰ ਰੱਬ ਨੂੰ, ਇੱਕ ਹੀ ਰੱਬ ਨੂੰ ਪੂਜਣਾ ਚਾਹੀਦਾ, ਕਿਉਂਕਿ ਰੱਬ ਹਰੇਕ ਕਿਤੇ ਆ ਤੇ ਹਰੇਕ ਰੱਬ ਹੀ ਸਾਨੂੰ ਉਹਨੂੰ ਪਾਉਣ ਦੇ ਵਿੱਚ ਹੈਲਪ ਕਰ ਸਕਦਾ ਵਾ। ਨੈਕਸਟ ਕੀ ਆ, ਪਰਮਾਤਮਾ ਦਿਆਲੂ ਹੈ। ਗੁਰੂ ਨਾਨਕ ਦੇਵ ਜੀ ਮੰਨਦੇ ਸੀ ਵੀ ਪਰਮਾਤਮਾ ਤੋਂ ਵੱਡਾ ਹੋਰ ਕੋਈ ਦਿਆਲੂ ਨਹੀਂ ਹੈ। ਜਦੋਂ ਵੀ ਸਾਨੂੰ ਲੋੜ ਪੈਂਦੀ ਆ ਤਾਂ ਸਾਡੇ ਭਗਤਾਂ ਦੀ ਜ਼ਰੂਰਤਾਂ ਦੀ ਪੂਰੀਆਂ ਕਰਨ ਦੀ ਸਹਾਇਤਾ ਵੀ ਉਹੀ ਕਰਦੇ ਨੇ। ਉਹ ਆਪਣੇ ਆਪ ਹੀ ਸਾਡੇ ਵਿੱਚ ਆ ਕੇ ਆਤਮ ਸਮਰਪਣ ਕਰ ਦਿੰਦੇ ਆ ਤੇ ਸਾਨੂੰ ਹਮੇਸ਼ਾ ਉਹ ਦੁੱਖ ਸੁੱਖ ਦੇ ਵਿੱਚ ਰੱਬ ਜਿਹੜਾ ਵਾ ਉਹ ਸਾਡੇ ਨਾਲ ਰਹਿੰਦਾ ਵਾ। ਤੇ ਉਹਨਾਂ ਦੇ ਵਿੱਚ ਜਿਹੜੀ ਦਇਆ ਵਾ ਉਹ ਅਸੀਮਤ ਆ। ਉਹ ਸਾਨੂੰ ਜਿਸ ਤਰੀਕੇ ਨਾਲ ਮਰਜ਼ੀ ਉਹ ਦਇਆ ਦੇ ਭੰਡਾਰ ਜਿਹੜੇ ਨੇ ਉਹ ਸਾਡੇ ਉੱਤੇ ਨਿਛਾਵਰ ਕਰਦੇ ਰਹਿੰਦੇ ਆ। ਸਾਡੇ ਦੁੱਖ ਤਕਲੀਫਾਂ ਨੂੰ ਹਰਨ ਦੀ ਵੀ ਉਹ ਕੋਸ਼ਿਸ਼ ਕਰਦੇ ਰਹਿੰਦੇ ਆ। ਨੈਕਸਟ ਹੈਗਾ ਵਾ ਪਰਮਾਤਮਾ ਮਹਾਨ ਅਤੇ ਸਰਵਉੱਚ ਹੈ। ਗੁਰੂ ਨਾਨਕ ਦੇਵ ਜੀ ਮੰਨਦੇ ਸੀ ਵੀ ਰੱਬ ਤੋਂ ਮਹਾਨ ਤੇ ਸਰਵਉੱਚ ਕੋਈ ਨਹੀਂ ਹੋ ਸਕਦਾ। ਰੱਬ ਦੀ ਮਹਿਮਾ ਹੀ ਅਪਰੰਪਾਰ ਆ। ਅਸੀਂ ਉਹਦੀ ਮਹਾਨਤਾ ਨੂੰ ਕੋਈ ਵਰਣਨ ਨਹੀਂ ਕਰ ਸਕਦਾ, ਕਿਉਂਕਿ ਉਹ ਅਸੰਭਵ ਆ। ਰੱਬ ਦਾ ਭੇਦ ਨਾ ਕੋਈ ਪਾ ਸਕਿਆ, ਨਾ ਕਦੀ ਪਾਉਣਾ ਵਾ। ਕਹਿੰਦੇ ਜੀ ਉਹ ਆਖਦੇ ਵੀ ਹੁੰਦੇ ਸੀਗੇ, ਕੀ ਆਖਦੇ ਸੀ ਅਸੀਂ ਦੇਖਦੇ ਹਾਂ, ਨਾਨਕ ਵੱਡਾ ਆਖੀਏ ਆਪੇ ਜਾਣੋ ਆਪੂ। ਕਈ ਲੋਕ ਪਰਮਾਤਮਾ ਦੀ ਮਹਾਨਤਾ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਵੀ ਕਰਦੇ ਸੀ, ਪਰੰਤੂ ਰੱਬ ਨੂੰ ਕੋਈ ਵੀ ਵਿਆਖਿਆ ਨਹੀਂ ਕਰ ਸਕਦਾ ਤੇ ਨਾ ਹੀ ਉਹਨਾਂ ਨੂੰ ਕੋਈ ਸਮਝ ਸਕਿਆ, ਕਿਉਂਕਿ ਰੱਬ ਜਿਹੜਾ ਵਾ ਉਹ ਕੀ ਆ ਵੀ ਇੱਕ ਅਜਿਹਾ ਇਨਸਾਨ ਆ ਜਿਹੜਾ ਕਿ ਲੋਕਾਂ ਦੇ ਵਿੱਚ ਰਹਿੰਦਾ ਵਾ ਤੇ ਲੋਕਾਂ ਨੂੰ ਸਹੀ ਰਾਹ ਪਾਉਣ ਦੀ ਕੋਸ਼ਿਸ਼ ਕਰਦਾ ਵਾ। ਲਾਸਟ ਸੀਗਾ ਜੀ, ਇਹਦੇ ਵਿੱਚ ਸੀ ਪਰਮਾਤਮਾ ਦਾ ਹੁਕਮ ਦਾ ਮਹੱਤਵ। ਗੁਰੂ ਨਾਨਕ ਦੇਵ ਜੀ ਮੰਨਦੇ ਸੀ ਵੀ ਰੱਬ ਦਾ ਹੁਕਮ ਜਿਹੜੇ ਹੁੰਦੇ ਸਾਨੂੰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ, ਕਿਉਂਕਿ ਉਹਦਾ ਬਹੁਤ ਜ਼ਿਆਦਾ ਮਹੱਤਵ ਆ। ਸਾਨੂੰ ਉਹਨਾਂ ਦੇ ਰਸਤੇ ਉੱਤੇ ਚੱਲਣਾ ਚਾਹੀਦਾ ਵਾ। ਵੀ ਉਹਨਾਂ ਦਾ ਜਿਹੜੀ ਵੀ ਚੀਜ਼ਾਂ ਦਿੰਦੇ ਆ ਉਹਦਾ ਮਿੱਠਾ ਭਾਣਾ ਮੰਨ ਕੇ ਸਵੀਕਾਰ ਕਰ ਲੈਣਾ ਚਾਹੀਦਾ। ਜਿਵੇਂ ਜਪਜੀ ਸਾਹਿਬ ਦੀ ਦੂਜੀ ਪੌੜੀ ਸੀਗੀ, ਪਰਮਾਤਮਾ ਦੇ ਹੁਕਮ ਦੇ ਵਿੱਚ ਮਹੱਤਵਪੂਰਨ ਵਿਸਥਾਰਪੂਰਵਕ ਚਾਨਣਾ ਪਾਇਆ ਵਾ। ਉਹਨਾਂ ਨੂੰ ਇਹ ਚੀਜ਼ਾਂ ਮੰਨੀਆਂ ਨੇ ਵੀ ਸਾਨੂੰ ਮਨੁੱਖੀ ਜੀਵਨ ਦੇ ਵਿੱਚ ਰਹਿ ਕੇ ਪਰਮਾਤਮਾ ਦੀਆਂ ਜਿਹੜੀਆਂ ਵੀ ਚੀਜ਼ਾਂ ਨੇ ਉਹਨਾਂ ਉੱਤੇ ਕੀ ਆ, ਹਮੇਸ਼ਾ ਮੰਨਣਾ ਚਾਹੀਦਾ ਵਾ। ਕਦੇ ਵੀ ਹਉਮੈ ਨਹੀਂ ਕਰਨੀ ਚਾਹੀਦੀ, ਜਾਣੀ ਕਿ ਹੰਕਾਰ ਨਹੀਂ ਕਰਨਾ ਚਾਹੀਦਾ। ਜਿਹੜਾ ਕੁਛ ਵੀ ਹੈਗਾ ਉਹ ਸਾਨੂੰ ਰੱਬ ਨੇ ਬਣਾਇਆ ਵਾ, ਤਾਂ ਸਾਨੂੰ ਉਹਨਾਂ ਚੀਜ਼ਾਂ ਉੱਤੇ ਹੀ ਚੱਲਣਾ ਚਾਹੀਦਾ ਵਾ। ਤੇ ਇਹ ਚੀਜ਼ਾਂ ਉਹਨਾਂ ਨੇ ਪ੍ਰਗਟ ਵੀ ਕੀਤੀਆਂ। ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਤਾਂ ਇਹ ਗੱਲਾਂ ਦੇ ਨਾਲ ਦੱਸਣਾ ਚਾਹੁੰਦੇ ਆ ਵੀ ਉਹ ਕੀ ਆ, ਸਾਨੂੰ ਕਦੇ ਵੀ ਆਪਣੇ ਆਪ 'ਤੇ ਹੰਕਾਰ ਨਹੀਂ ਕਰਨਾ ਚਾਹੀਦਾ। ਜਿਹੜੀ ਵੀ ਚੀਜ਼ਾਂ ਅਸੀਂ ਕੀਤੀਆਂ ਨੇ ਉਹ ਸਾਨੂੰ ਸਿਰਫ ਕਰਨ ਵਾਲਾ ਉਹ ਰੱਬ ਹੀ ਆ, ਤਾਂ ਅਸੀਂ ਉਸ ਰੱਬ ਦੀ ਹੀ ਦੇਣ ਆ। ਸਾਨੂੰ ਉਹਨਾਂ ਰੱਬ ਦੇ ਅਕੋਰਡਿੰਗ ਹੀ ਚੱਲਣਾ ਚਾਹੀਦਾ, ਰੱਬ ਤੋਂ ਨੀਵੇਂ ਰਹਿਣਾ ਚਾਹੀਦਾ ਵਾ। ਸਾਨੂੰ ਹਮੇਸ਼ਾ ਝੁੱਕ ਕੇ ਰਹਿਣਾ ਚਾਹੀਦਾ ਵਾ। ਤਾਂ ਹੀ ਉਹ ਕਹਿੰਦੇ ਹੁੰਦੇ ਆ, ਇੱਕ ਥੋੜ੍ਹੀ ਜਿਹੀ ਤੁੱਕ ਮੈਨੂੰ ਵੀ ਯਾਦ ਆਉਂਦੀ ਆ, ਫਲ ਨੀਵਿਆਂ ਨੂੰ ਲੱਗਦਾ ਜੇਕਰ ਤੂੰ ਝੁੱਕ ਜਾਵੇਂਗਾ। ਜੇਕਰ ਨੀਵਾਂ ਜਿਹੜਾ ਬੰਦਾ ਰਹਿੰਦਾ ਵਾ ਫਲ ਉਹਨੂੰ ਹੀ ਲੱਗਦਾ। ਜਿਹੜਾ ਉੱਚੇ ਉੱਠਦੇ ਆ ਤਾਂ ਉਹ ਕਦੇ ਵੀ ਉੱਪਰ ਨਹੀਂ ਜਾ ਸਕਦੇ, ਕਿਉਂਕਿ ਰੱਬ ਜਿਹੜਾ ਵਾ ਉਹ ਸਿਰਫ ਉਹਨਾਂ ਦੇ ਨਾਲ ਹੀ ਰਹਿੰਦਾ ਜਿਹੜਾ ਹਮੇਸ਼ਾ ਝੁਕੇ ਅਤੇ ਨੀਵੇਂ ਰਹਿੰਦੇ ਆ, ਹਮੇਸ਼ਾ ਆਪਣੇ ਆਪ ਨੂੰ ਨਿਮਾਣਾ ਸਮਝਦੇ ਆ। ਤਾਂ ਗੁਰੂ ਨਾਨਕ ਦੇਵ ਜੀ ਵੀ ਜਿੰਨੇ ਟਾਈਮ ਤੱਕ ਰਹੇ ਉਹ ਹਮੇਸ਼ਾ ਆਪਣੇ ਆਪ ਨੂੰ ਨੀਵਾਂ ਹੀ ਮੰਨਦੇ ਰਹੇ, ਚਾਹੇ ਉਹ ਕੋਈ ਵੀ ਸੀਗੇ। ਹਮੇਸ਼ਾ ਉਹਨਾਂ ਨੇ ਝੁੱਕ ਕੇ ਗੱਲ ਕੀਤੀ, ਤਾਂ ਹੀ ਉਹ ਅੱਜ ਸੰਸਾਰ ਦੇ ਵਿੱਚ ਐਡਾ ਵੱਡਾ ਰੁਤਬਾ ਹਾਸਿਲ ਕੀਤਾ। ਤਾਂ ਸਾਨੂੰ ਵੀ ਗੁਰੂ ਨਾਨਕ ਦੇਵ ਜੀ ਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ ਦੇ ਉੱਤੇ ਚੱਲਣਾ ਚਾਹੀਦਾ ਅਤੇ ਸਹੀ ਢੰਗ ਦੇ ਨਾਲ ਉਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਇੰਪਲੀਮੈਂਟ ਕਰਨੀਆਂ ਚਾਹੀਦੀਆਂ ਨੇ। ਤਾਂ ਹੀ ਅਸੀਂ ਇਹਨਾਂ ਚੀਜ਼ਾਂ ਨੂੰ ਹਾਸਿਲ ਕਰ ਸਕਦੇ ਹਾਂ। ਅੱਜ ਦੇ ਦੌਰ ਦੇ ਵਿੱਚ ਜਿਵੇਂ ਅਸੀਂ ਦੇਖ ਹੀ ਰਹੇ ਹਾਂ ਵੀ ਜਿਹੜਾ ਡਿਜੀਟਲ ਯੁੱਗ ਚੱਲ ਰਿਹਾ, ਪਰ ਅਸੀਂ ਕੀ ਆ, ਆਪਣੇ ਜਿਹੜੇ ਗੁਰੂਆਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੇ ਉਹਨਾਂ ਤੋਂ ਪਿੱਛੇ ਹਟਦੇ ਜਾ ਰਹੇ ਹਾਂ। ਸਾਨੂੰ ਉਹਨਾਂ ਸਿੱਖਿਆਵਾਂ ਨੂੰ ਜਾਂਚਣਾ ਚਾਹੀਦਾ ਅਤੇ ਹਮੇਸ਼ਾ ਰੱਬ ਦੇ ਨਾਲ ਲੱਗੇ ਰਹਿਣਾ ਚਾਹੀਦਾ ਵਾ ਅਤੇ ਆਪਣੀ ਜ਼ਿੰਦਗੀ ਨੂੰ ਇੱਕ ਸਹੀ ਢੰਗ ਦੇ ਨਾਲ ਜੀਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਨੀ ਚਾਹੀਦੀ ਹੈ। ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ। ਜੇਕਰ ਮੇਰੀਆਂ ਕਈ ਵਾਰ ਮੇਰੇ ਤੋਂ ਗੁਰਬਾਣੀ ਪੜ੍ਹਦਿਆਂ ਹੋਏ ਸ਼ਾਇਦ ਗਲਤੀ ਵੀ ਹੋ ਸਕਦੀ ਹੈ, ਤਾਂ ਉਸ ਲਈ ਮਾफ़ ਕਰਨਾ ਵਾ। ਜੇਕਰ ਸਾਰਿਆਂ ਨੂੰ ਇਹ ਸੈਸ਼ਨ ਵਧੀਆ ਲੱਗਿਆ ਅਤੇ ਮੇਰੀਆਂ ਗੱਲਾਂ ਵੀ ਸਮਝ ਆਈਆਂ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਉਹ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਨਗੇ, ਤਾਂ ਮੇਰੇ ਅਕੋਰਡਿੰਗ ਮੇਰਾ ਜਿਹੜਾ ਅੱਜ ਦਾ ਸੈਸ਼ਨ ਆ ਉਹ ਕਾफ़ੀ ਜ਼ਿਆਦਾ ਸਕਸੈਸਫੁਲ ਹੋਏਗਾ। ਅਤੇ ਥੈਂਕ ਯੂ ਫॉर ਦਿਸ, and also you must be implement their rule regulations which has been given by the Guru Nanak Dev Ji, and also provide to be how to becomes a simple and intelligent persons by their using their God's teachings. So you must be a follow their rules and regulations which has been given by to the Guru Nanak Dev Ji. When you have been going on the path of you Guru Nanak Dev Ji which has been provided to us, then we have been achieve all the things and all the goals. So we have to be a must be implements all the those things in our lives. Thanks a lot watching for my session, and also sorry when we have been some kinds of the fall pronunciation regarding to the Gurbanis. So this is my
personal request to cannot be taken to your minds and your hearts. So this is sorry for all which has been we are hurt to the anyone's. So thanks a lot watching for my session, and also subscribe my channel. Just do it for a bright future. Thanks a lot.